ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਗੁਰੂ ਸਵਾਰੀ ਪਰਮ ਸਤਿਕਾਰਯੋਗ ਸਾਧ ਸੰਗਤ ਜੀਓ, ਅੱਜ ਦਾਸ ਧੰਨ ਧੰਨ ਸੰਤ ਮਹਾਂਪੁਰਖ ਬਾਬਾ ਈਸ਼ਰ ਸਿੰਘ ਜੀ ਨਾਨਕਸਰ ਕਲੇਰਾਂ ਵਾਲਿਆਂ ਦੀ ਚੱਲ ਰਹੀ ਲੜੀਪੁਰ ਪ੍ਰਸੰਗ ਕਥਾ ਦੇ ਤਹਿਤ ਉਹਨਾਂ ਦੇ ਅਗਲੇ ਜੀਵਨ ਦਰਸ਼ਨਾਂ ਦੀ ਜੋ ਕੜੀ ਆ, ਦਾਸ ਆਪ ਸਾਰੀਆਂ ਸੰਗਤਾਂ ਨਾਲ ਸਾਂਝਾ ਕਰਦਾ ਹੈਗਾ। ਦੇਖੋ, ਜਿਵੇਂ ਗੁਰਬਾਣੀ ਦਾ ਫਰਮਾਨ ਵਾ, ਮਾਇਆ ਧਾਰੀ ਅਤ ਅੰਨਾ ਭੋਲਾ। ਅਗਰ ਮਾਇਆ ਦੇ ਨਾਲ ਕਿਸੇ ਦੇ ਹੱਥ ਸੱਤਾ ਦੀ ਤਾਕਤ ਆ ਜਾਵੇ, ਫਿਰ ਉਹਦਾ ਜਿਹੜਾ ਹੰਕਾਰ ਵਾ ਉਹ ਸੱਤਵੇਂ ਸਮਾਨ 'ਤੇ ਚਲਾ ਜਾਂਦਾ ਹੈ। ਦੱਸਦੇ ਆ ਕਿ ਜਿਹਨਾਂ ਟਾਈਮਾਂ ਦੇ ਵਿੱਚ ਪ੍ਰਤਾਪ ਸਿੰਘ ਕੈਰੋਂ ਪੰਜਾਬ ਦੇ ਮੁੱਖ ਮੰਤਰੀ ਬਣੇ ਸੀਗੇ, ਅਤੇ ਉਹ ਸੱਤਾ ਦੇ ਨਸ਼ੇ ਦੇ ਵਿੱਚ ਇੰਨੇ ਗਲਤਾਨ ਹੋ ਗਏ ਸੀਗੇ ਕਿ ਖਾਸ ਕਰਕੇ ਉਹਨਾਂ ਸਮਿਆਂ ਦੇ ਵਿੱਚ ਜਿਹੜੇ ਰਾਜੇ ਸੀਗੇ ਜਾਂ ਅਕਾਲੀ ਸੀਗੇ ਅਤੇ ਜਾਂ ਹੋਰ ਵੀ ਕਈ ਸਾਧੂ ਸੰਤ ਸੀ, ਹੈ ਨਾ, ਇਹਨਾਂ ਸਭਨਾਂ ਨੂੰ ਆਪਣਾ ਗੁਲਾਮ ਸਮਝਦੇ ਸੀਗੇ। ਸੋ ਇੱਕ ਵਾਰ ਦੱਸਦੇ ਕਿ ਮਹਾਰਾਜਾ ਪਟਿਆਲੇ ਦੇ ਮਨ ਦੇ ਵਿੱਚ ਆਈ ਕਿ ਭਾਈ ਸਾਡੇ ਨਾਲ ਵੀ ਸਿੱਖ ਹੈਗੇ ਆ, ਅਤੇ ਇਸ ਚੀਜ਼ ਨੂੰ ਦਰਸਾਉਣ ਵਾਸਤੇ ਉਹਨਾਂ ਨੇ ਉਹਨਾਂ ਟਾਈਮਾਂ ਦੇ ਵਿੱਚ ਬਠਿੰਡੇ ਹੈ ਨਾ ਇੱਕ ਕਾਨਫਰੰਸ ਆਯੋਜਿਤ ਕਰਨ ਦੀ ਸਲਾਹ ਬਣਾਈ ਸੀ। ਸੋ ਜਦੋਂ ਬਠਿੰਡੇ ਉਹਨਾਂ ਟਾਈਮਾਂ 'ਚ ਕਾਨਫਰੰਸ ਰੱਖੀ ਅਤੇ ਜਦ ਇਸ ਦੀ ਭਿਣਕ ਜਿਹੜੀ ਸੀ ਪ੍ਰਤਾਪ ਸਿੰਘ ਕੈਰੋਂ ਨੂੰ ਪਈ ਸੀਗੀ, ਉਹਨੇ ਕੀ ਕੀਤਾ ਕਿ ਇਸ ਕਾਨਫਰੰਸ ਜਿਹੜੀ ਆ ਇਹ ਮਹਾਰਾਜ ਪਟਿਆਲੇ ਨੇ ਰੱਖੀ ਆ, ਇਹ ਸਿਰੇ ਨਾ ਲੱਗੇ, ਇਸ ਕਰਕੇ ਇਹਦੇ ਵਿੱਚ ਕਈ ਵਿਘਨ ਪਾਉਣੇ ਸ਼ੁਰੂ ਕਰ ਦਿੱਤੇ। ਜਦ ਦੇਖੋ ਹੁਣ CM ਪੰਜਾਬ ਦਾ ਹੋਵੇ ਅਤੇ ਸਾਰੇ ਸਰਕਾਰੀ ਅਦਾਰੇ ਉਹਦੇ ਅਧੀਨ ਕੰਮ ਕਰਦੇ ਹੋਣ, ਅਤੇ ਉਹਦੇ ਵਾਸਤੇ ਇਹ ਜਿਹੜੇ ਵਿਘਨ ਪਾਉਣੇ ਆ, ਇਹ ਕੋਈ ਔਖੀ ਖੇਡ ਨਹੀਂ ਸੀ। ਜਿਸ ਕਰਕੇ ਫਿਰ ਉਹਨਾਂ ਟਾਈਮਾਂ ਦੇ ਵਿੱਚ ਮਹਾਰਾਜਾ ਪਟਿਆਲੇ ਨੂੰ ਜਦ ਆਪਣੀ ਇਹਨਾਂ ਵਿਘਨਾਂ ਦੇ ਕਾਰਨ ਹਾਰ ਮਹਿਸੂਸ ਹੋਣ ਲੱਗੀ, ਫਿਰ ਉਹਨਾਂ ਦੇ ਮਨ ਦੇ ਵਿੱਚ ਆਇਆ ਕਿ ਭਾਈ ਅਗਰ ਇਹ ਵਿਘਨ ਹਟਾਏ ਨਾ ਗਏ ਤਾਂ ਫਿਰ ਸਾਡੀ ਜਿਹੜੀ ਆਪਣੀ ਜੋ ਮਹਾਰਾਜੇ ਖਾਨਦਾਨ ਦੀ ਜੋ ਪੱਤ ਹੈਗੀ ਆ, ਉਸ ਨੂੰ ਫਿਰ ਧੱਬਾ ਲੱਗ ਜਾਊਗਾ। ਇਸ ਕਰਕੇ ਉਹਨਾਂ ਨੇ ਸੋਚਿਆ ਵੀ ਹੁਣ ਕਿਵੇਂ ਹੋ ਸਕਦਾ ਹੈ। ਫਿਰ ਦੇਖੋ, ਉਹਨਾਂ ਦੀ ਕੋਈ ਸਿਆਸੀ ਤਾਕਤ ਤਾਂ ਚੱਲੀ ਨਹੀਂ ਸੀ। ਫਿਰ ਉਹਨਾਂ ਨੂੰ ਮਹਾਂਪੁਰਖਾਂ ਦੀ ਯਾਦ ਆਈ। ਜਦ ਮਹਾਂਪੁਰਖਾਂ ਦੀ ਯਾਦ ਆਈ ਤਾਂ ਉਹਨਾਂ ਨੂੰ ਇਸ ਗੱਲ ਦਾ ਪਤਾ ਲੱਗਾ ਕਿ ਜਦੋਂ ਸੈਕੰਡ ਵਾਰ ਲੱਗੀ ਸੀ ਤਾਂ ਉਸ ਟਾਈਮ ਜਰਮਨ ਦੇ ਵਿੱਚ ਜੰਗ ਚੱਲ ਰਹੀ ਸੀ। ਉਹਨਾਂ ਟਾਈਮਾਂ ਦੇ ਵਿੱਚ ਗੋਰਿਆਂ ਨੇ ਮਹਾਰਾਜਾ ਪਟਿਆਲੇ ਨੂੰ ਜਿਹੜਾ ਸੀ ਆਪਣੇ ਪਾਸ ਬੁਲਾਇਆ ਸੀਗਾ, ਅਤੇ ਮਹਾਰਾਜਾ ਪਟਿਆਲੇ ਨੂੰ ਗੋਰਿਆਂ ਨੇ ਇਹ ਕਿਹਾ ਸੀਗਾ ਕਿ ਤੁਸੀਂ ਹੈ ਨਾ ਆਪਣੀ ਫੌਜ ਦੇ ਜਿਹੜੇ ਹੈਗੇ ਜਵਾਨ ਲੈ ਕੇ ਇਹ ਇਸ ਟਿਕਾਣੇ 'ਤੇ ਪਹੁੰਚੋ। ਸੋ ਜਦੋਂ ਮਹਾਰਾਜਾ ਪਟਿਆਲੇ ਨੇ ਜਿਹੜੀ ਸੀ ਗੋਰਿਆਂ ਦੀ ਇਹ ਗੱਲ ਸੁਣੀ ਸੀ ਅਤੇ ਮਨ ਵਿੱਚ ਸੋਚਿਆ ਕਿ ਮੇਰੇ ਪਾਸ ਭਾਵੇਂ ਫੌਜੀ ਸ਼ਕਤੀ ਜਿਹੜੀ ਆ ਉਹ ਆਮ ਜਿੰਨੇ ਵੀ ਰਾਜੇ ਆ ਉਹਨਾਂ ਨਾਲੋਂ ਬਿਹਤਰੀਨ ਹੈਗੀ ਆ, ਪਰ ਜਿਸ ਜਗ੍ਹਾ ਇਸ ਰਾਜੇ ਦੀ ਡਿਊਟੀ ਲਾਈ ਗਈ ਸੀ ਉਹ ਇਲਾਕਾ ਬੜਾ ਖਤਰਨਾਕ ਸੀ, ਕਿਉਂਕਿ ਉਸ ਇਲਾਕੇ ਦੇ ਵਿੱਚ ਉਹਨਾਂ ਟਾਈਮਾਂ ਦੇ ਵਿੱਚ ਗੋਰਿਆਂ ਨੇ ਜਿਹੜੇ ਪੈਟਰੋਲ ਦੇ ਟੈਂਕ ਸੀਗੇ ਨਾ, ਉਹ ਜ਼ਮੀਨ ਦੇ ਵਿੱਚ ਦੱਬੇ ਹੋਏ ਸੀ। ਸੋ ਦੁਸ਼ਮਣ ਦੀ ਇਹ ਤਾਕ ਸੀਗੀ ਕਿ ਇਹ ਜਿਹੜੇ ਪਹਿਲਾਂ ਪੈਟਰੋਲ ਦੇ ਟੈਂਕ ਇਹਨਾਂ ਨੇ ਜ਼ਮੀਨ ਦੇ ਵਿੱਚ ਦੱਬੇ ਹੋਆ, ਇਹਨਾਂ ਨੂੰ ਤਬਾਹ ਕੀਤਾ ਜਾਵੇ ਤਾਂ ਜੋ ਇਹਨਾਂ ਦੀਆਂ ਗੱਡੀਆਂ ਜਿਹੜੀਆਂ ਹੈ ਉਹ ਇਨ ਪੈਟਰੋਲ ਦੀ ਵਰਤੋਂ ਨਾ ਕਰ ਸਕਣ। ਅਤੇ ਅਗਰ ਗੱਡੀਆਂ 'ਚ ਪੈਟਰੋਲ ਨਹੀਂ ਹੋਊਗਾ ਤਾਂ ਫਿਰ ਫੌਜ ਜਿਹੜੀ ਹੈ ਦੂਸਰੇ ਟਿਕਾਣਿਆਂ 'ਤੇ ਕਿਵੇਂ ਪਹੁੰਚ ਸਕਦੀ ਆ। ਇਸ ਕਰਕੇ ਇਸ ਤਰ੍ਹਾਂ ਪੈਟਰੋਲ ਦੇ ਟੈਂਕਾਂ ਦੀ ਰੱਖਿਆ ਕਰਨ ਵਾਸਤੇ ਮਹਾਰਾਜਾ ਪਟਿਆਲੇ ਦੀ ਡਿਊਟੀ ਲਾਈ ਸੀਗੀ। ਫਿਰ ਜਦੋਂ ਮਹਾਰਾਜਾ ਪਟਿਆਲਾ ਆਪਣੇ 500 ਜਵਾਨ ਲੈ ਕੇ ਉਹਨਾਂ ਟਿਕਾਣੇ 'ਤੇ ਪਹੁੰਚਿਆ ਸੀਗਾ, ਅਤੇ ਫਿਰ ਮਹਾਰਾਜਾ ਪਟਿਆਲੇ ਦੇ ਮਨ ਦੇ ਵਿੱਚ ਇੱਕ ਖਦਸ਼ਾ ਸੀਗਾ ਵੀ ਕਿਸੇ ਟਾਈਮ ਵੀ ਹਵਾਈ ਹਮਲੇ ਹੋ ਸਕਦੇ ਆ, ਅਤੇ ਅਗਰ ਇਹ ਜਿਹੜੇ ਬੰਬ ਆ ਇਹਨਾਂ ਪੈਟਰੋਲ ਦੇ ਟੈਂਕਾਂ ਉੱਤੇ ਡਿੱਗਣਗੇ ਤਾਂ ਬਹੁਤ ਭਾਰੀ ਅਤੇ ਜਾਨੀ ਅਤੇ ਮਾਲੀ ਨੁਕਸਾਨ ਹੋਊਗਾ। ਉਸ ਟਾਈਮ ਫਿਰ ਮਹਾਰਾਜਾ ਪਟਿਆਲੇ ਨੇ ਥੱਲੇ ਬਹੁਤ ਨਿਮਰਤਾ ਭਾਵ ਦੇ ਵਿੱਚ ਜ਼ਮੀਨ ਦੇ ਨਾਲ ਆਪਣੇ ਗੋਡੇ ਟੇਕ ਕੇ ਧੰਨ ਧੰਨ ਸੰਤ ਬਾਬਾ ਨੰਦ ਸਿੰਘ ਹੁਣਾਂ ਦੇ ਚਰਨਾਂ ਦੇ ਵਿੱਚ ਅਰਜ਼ੋਈ ਕੀਤੀ ਸੀਗੀ। ਅਤੇ ਜਦੋਂ ਬਹੁਤ ਨਿਮਰਤਾ ਭਾਵ ਦੇ ਨਾਲ ਅਰਜ਼ੋਈ ਕੀਤੀ ਸੀਗੀ ਕਿ ਸੱਚੇ ਪਾਤਸ਼ਾਹ ਕਿਰਪਾ ਕਰੋ, ਇਸ ਟਾਈਮ ਜੰਗ ਦੇ ਮੈਦਾਨ ਦੇ ਵਿੱਚ ਤੁਸੀਂ ਸਾਡੀ ਰੱਖਿਆ ਕਰੋ। ਅਤੇ ਉਸ ਟਾਈਮ ਹੈ ਨਾ ਬਾਬਾ ਨੰਦ ਸਿੰਘ ਸਲੋਹਗੜ੍ਹੇ ਰਹਿੰਦੇ ਹੁੰਦੇ ਸੀ। ਸਲੋਹਗੜ੍ਹੇ ਜਿਹੜਾ ਇੱਕ ਕਲੌਰ ਦਾ ਟਿੱਬਾ ਸੀਗਾ, ਉਹਦੇ ਵਿੱਚ ਮਹਾਂਪੁਰਖਾਂ ਨੇ ਆਸਣ ਲਾਇਆ ਸੀਗਾ। ਸੋ ਦੇਖੋ, ਇਹ ਅਰਦਾਸ ਜਿਹੜੀ ਸੀ ਇਹ ਮਹਾਂਪੁਰਖਾਂ ਦੇ ਚਰਨਾਂ 'ਚ ਜਦੋਂ ਪਹੁੰਚੀ ਸੀ, ਉਸ ਟਾਈਮ ਜਦ ਹਵਾਈ ਹਮਲੇ ਹੋਏ ਆ ਉਹਨਾਂ ਟਾਈਮਾਂ ਦੇ ਵਿੱਚ ਜਿੰਨੇ ਵੀ ਬੰਬ ਡਿੱਗੇ ਸੀਗੇ, ਇਹ ਬੰਬ ਆਲੇ ਦੁਆਲੇ ਡਿੱਗਦੇ ਰਹੇ ਆ, ਪਰ ਜਿਹੜੇ ਪੈਟਰੋਲ ਦੇ ਵੱਡੇ ਵੱਡੇ ਟੈਂਕ ਜ਼ਮੀਨ ਦੇ ਥੱਲੇ ਗੱਡੇ ਸੀ ਉਹਨਾਂ ਉੱਤੇ ਇੱਕ ਬੰਬ ਨਹੀਂ ਸੀ ਡਿੱਗਿਆ। ਇਹ ਸਾਰੀ ਕਿਰਪਾ ਸੰਤ ਮਹਾਂਪੁਰਖ ਬਾਬਾ ਨੰਦ ਸਿੰਘ ਹੁਣਾਂ ਦੀ ਹੋਈ ਸੀਗੀ, ਜਿਸ ਕਰਕੇ ਇਹ ਜਿਹੜਾ ਇਲਾਕਾ ਸੀਗਾ ਇਹ ਦੁਸ਼ਮਣ ਦੇ ਹੱਥ ਨਹੀਂ ਸੀ ਚੜ੍ਹਿਆ। ਉਸ ਤੋਂ ਬਾਅਦ ਫਿਰ ਇਹ ਜੰਗ ਜਦ ਖਤਮ ਹੋਈ ਆ, ਫਿਰ ਮਹਾਰਾਜਾ ਪਟਿਆਲਾ ਜਿਹੜਾ ਸੀਗਾ ਉਹ ਆਪਣੀ ਫੌਜ ਸਮੇਤ ਵਾਪਸ ਆਇਆ ਸੀਗਾ। ਜਦ ਵਾਪਸ ਆਇਆ ਸੀਗਾ ਮਨ ਵਿੱਚ ਬੜਾ ਖੁਸ਼ ਹੋਇਆ ਸੀਗਾ, ਅਤੇ ਆ ਕੇ ਸਿੱਧਾ ਪਹਿਲਾਂ ਹੈ ਨਾ ਬਾਬਾ ਨੰਦ ਸਿੰਘ ਹੁਣਾਂ ਦੇ ਚਰਨਾਂ 'ਚ ਪਹੁੰਚਿਆ ਸੀਗਾ। ਜਦੋਂ ਹੁਣ ਬਾਬਾ ਨੰਦ ਸਿੰਘ ਜੀ ਦੇ ਚਰਨਾਂ 'ਚ ਸਲੋਹਗੜ੍ਹੇ ਗਿਆ ਸੀਗਾ, ਉਸ ਟਾਈਮ ਬਾਬਾ ਈਸ਼ਰ ਸਿੰਘ ਜੀ ਮਹਾਂਪੁਰਖਾਂ ਦੇ ਗੜਵਈ ਸੀਗੇ,
ਤੇ ਸੰਤ ਸਾਧੂ ਸਿੰਘ ਜਿਹੜੇ ਸੀ ਉਹਨਾਂ ਟਾਈਮਾਂ ਦੇ ਵਿੱਚ ਉੱਥੇ ਸੁਖਮਨੀ ਸਾਹਿਬ ਦਾ ਪਾਠ ਕਰਦੇ ਸੀਗੇ। ਜਦ ਇਹ ਰਾਜਾ ਉਹਨਾਂ ਟਾਈਮਾਂ ਦੇ ਵਿੱਚ ਆਪਣੇ ਬਹੁਤ ਸਾਰੇ ਐਲਕਾਰ ਅਤੇ ਨਾਲ ਇਹਨਾਂ ਦਾ ਇੱਕ ਵਜ਼ੀਰ ਜਿਹਦਾ ਨਾਂ ਸੀ ਹਰਚੰਦ ਸਿੰਘ, ਇਹ ਵੀ ਨਾਲ ਗਿਆ ਸੀਗਾ। ਇਹਨਾਂ ਨੇ ਜਾ ਕੇ ਉੱਥੇ ਬੇਨਤੀ ਕੀਤੀ ਸੀ। ਜਦ ਬੇਨਤੀ ਕੀਤੀ ਸੀ ਤਾਂ ਸੇਵਾਦਾਰ ਬਾਬਾ ਨੰਦ ਸਿੰਘ ਚਰਨਾਂ 'ਚ ਗਿਆ ਸੀ ਅਤੇ ਉਹਨਾਂ ਨੇ ਬੇਨਤੀ ਕੀਤੀ ਕਿ ਮਹਾਰਾਜਾ ਪਟਿਆਲਾ ਜਿਹੜਾ ਆਪਣੇ ਜਿਹੜੇ ਜਿੰਨੇ ਵੀ ਐਲਕਾਰ ਉਹਨਾਂ ਦੇ ਨਾਲ ਆਪ ਜੀ ਦੇ ਦਰਸ਼ਨ ਵਾਸਤੇ ਆਇਆ ਹੈ। ਅਤੇ ਫਿਰ ਜਦ ਬਾਬਾ ਨੰਦ ਸਿੰਘ ਨੇ ਅੰਦਰ ਬੁਲਾਇਆ ਸੀਗਾ ਅਤੇ ਇਸ ਰਾਜੇ ਨੇ ਬਾਬਾ ਨੰਦ ਸਿੰਘ ਦੇ ਚਰਨਾਂ ਦੇ ਵਿੱਚ ਇੱਕ ਅਤਰ ਦੀ ਸ਼ੀਸ਼ੀ ਜਿਹੜੀ ਸੀ ਮਹਾਂਪੁਰਖਾਂ ਦੇ ਚਰਨਾਂ 'ਚ ਰੱਖੀ ਸੀਗੀ। ਅਤੇ ਜਦੋਂ ਸ਼ੀਸ਼ੀ ਰੱਖੀ ਸੀ ਫਿਰ ਮੱਥਾ ਟੇਕਿਆ ਸੀ। ਮੱਥਾ ਟੇਕਿਆ ਸੀਗਾ ਉਸ ਟਾਈਮ ਫਿਰ ਰਾਜਾ ਜਿਹੜਾ ਸੀ ਬਾਬਾ ਨੰਦ ਸਿੰਘ ਉਹਨਾਂ ਦੇ ਚਰਨਾਂ 'ਚ ਰੋਣ ਲੱਗ ਪਿਆ ਸੀ। ਜਦ ਰੋਣ ਲੱਗਾ ਸੀ ਤਾਂ ਮਹਾਂਪੁਰਖਾਂ ਨੇ ਕਿਹਾ ਕਿ ਰਾਜਾ ਕੀ ਗੱਲ ਤੂੰ ਰੋਂਦਾ ਕਿਉਂ ਆ? ਅਤੇ ਫਿਰ ਪਟਿਆਲੀ ਰਾਜੇ ਨੇ ਬਾਬਾ ਨੰਦ ਸਿੰਘ ਉਹਨਾਂ ਦੇ ਅੱਗੇ ਜਿਹੜੀ ਸੀ ਇਹ ਅਰਜ਼ੋਈ ਕੀਤੀ ਸੀ ਕਿ ਮਹਾਂਪੁਰਖੋ ਅਗਰ ਤੁਸੀਂ ਕਿਰਪਾ ਨਾ ਕਰਦੇ ਅਤੇ ਇਹ ਜਿਹੜੀ ਜੰਗ ਸੀਗੀ ਫਤਿਹ ਨਹੀਂ ਸੀ ਹੁੰਦੀ। ਅਤੇ ਫਿਰ ਉਹਨੇ ਸਾਰੀ ਜਿਹੜੀ ਸੀ ਇਹ ਕਹਾਣੀ ਬਾਬਾ ਜੀ ਨੂੰ ਦੱਸੀ ਸੀਗੀ ਕਿ ਮੈਂ ਮਨ 'ਚ ਸੋਚਿਆ ਸੀਗਾ ਕਿ ਮੇਰੀ ਜਿਹੜੇ 500 ਜਵਾਨ ਆ, ਇਹ ਮੇਰੇ ਜਿਹੜੇ ਜਵਾਨ ਆਪਣੀ ਫੌਜ ਦੇ ਹੈਗੇ ਇਹ ਸਾਰਿਆਂ ਦੇ ਨਾਲੋਂ ਬਹੁਤ ਬਿਹਤਰ ਫੌਜ ਮੈਂ ਤਿਆਰ ਕੀਤੀ ਆ। ਅਤੇ ਮੈਨੂੰ ਲੱਗਦਾ ਸੀਗਾ ਕਿ ਇਸ ਜੰਗ ਦੇ ਵਿੱਚ ਇੱਕ ਵੀ ਜਵਾਨ ਬਚ ਕੇ ਨਹੀਂ ਆਊਗਾ, ਪਰ ਆਪ ਦੀ ਕਿਰਪਾ ਦੇ ਨਾਲ ਸਾਰੀ ਜਿਹੜੀ ਜੰਗ ਫਤਿਹ ਵੀ ਹੋਈ ਅਤੇ ਜਵਾਨ ਵੀ ਪੂਰੀ ਸੁਰੱਖਿਆ ਦੇ ਨਾਲ ਆਪਣੇ ਆਪਣੇ ਘਰਾਂ 'ਚ ਪਹੁੰਚ ਗਏ ਸੀਗੇ। ਉਸ ਤੋਂ ਬਾਅਦ ਫਿਰ ਬਾਬਾ ਨੰਦ ਸਿੰਘ ਹੁਣਾਂ ਨੇ ਜਦ ਇਹਦੀ ਇਹ ਸਾਰੀ ਗੱਲਬਾਤ ਸੁਣੀ ਸੀ ਫਿਰ ਇਸ ਰਾਜੇ ਨੂੰ ਕਿਹਾ ਸੀਗਾ, ਕਹਿੰਦੇ ਹੀ ਰਾਜੇ ਦੇਖੋ ਗੁਰਬਾਣੀ ਦਾ ਫਰਮਾਨ ਹੈ ਕਿ ਬਾਂਹ ਜਿਨ੍ਹਾਂ ਦੀ ਪਕੜੀਏ ਸਿਰ ਦੀਜੇ ਬਾਂਹ ਨਾ ਛੋੜੀਏ। ਕਹਿੰਦੇ ਰਾਜਾ ਕੋਈ ਵੀ ਆਦਮੀ ਹੋਵੇ ਕਿਸੇ ਵੀ ਧਰਮ ਦਾ ਹੋਵੇ ਅਗਰ ਉਹ ਸੱਚੇ ਮਨ ਦੇ ਨਾਲ ਅੰਦਰ ਝੁਕ ਕੇ ਨਿਮਰਤਾ ਸਹਿਤ ਬੇਨਤੀ ਕਰੇ ਫਿਰ ਕਹਿੰਦੇ ਵੀ ਉਹਨੂੰ ਬਖਸ਼ਣ ਦੇ ਵਿੱਚ ਢੇਰ ਨਹੀਂ ਲੱਗਦੀ, ਉਹਦੇ ਜੋ ਮਨ ਦੀ ਭਾਵਨਾ ਹੁੰਦੀ ਉਹ ਤੁਰੰਤ ਪੂਰੀ ਹੋ ਜਾਂਦੀ ਆ। ਅਤੇ ਬਾਬਾ ਜੀ ਨੇ ਕਹਿੰਦੇ ਸੀ ਕਹਿੰਦੇ ਭਾਈ ਬਸ ਰਾਜਾ ਆਦਮੀ ਦੇ ਢਹਿਣ ਦੇ ਵਿੱਚ ਢੇਰ ਵਾ, ਗੁਰੂ ਦੇ ਬਖਸ਼ਣ ਦੇ ਵਿੱਚ ਢੇਰ ਨਹੀਂ ਲੱਗਦੀ। ਜਾਂ ਇਸ ਤਰ੍ਹਾਂ ਮਹਾਂਪੁਰਖਾਂ ਨੇ ਜਿਹੜੇ ਸੀ ਬਾਬਾ ਜੀ ਨੇ ਇਹ ਸਾਰੇ ਜਿਹੜੇ ਵਚਨ ਸੀ ਮਹਾਰਾਜਾ ਨੇ ਕੀਤੇ ਸੀ। ਉਸ ਤੋਂ ਬਾਅਦ ਫਿਰ ਮਹਾਰਾਜ ਜਿਹੜੇ ਸੀ ਪ੍ਰਸੰਨ ਹੋ ਕੇ ਵਾਪਸ ਆ ਗਏ ਸੀ। ਜਦ ਵਾਪਸ ਆ ਗਏ ਸੀ ਅੱਜ ਜਿਹੜੀ ਸੀ ਭੀੜ ਫਿਰ ਦੁਬਾਰਾ ਜਦ ਬਣੀ ਆ ਅਤੇ ਇਸ ਕਾਨਫਰੰਸ ਦੀ ਪੱਤ ਜਿਹੜੀ ਰਾਜੇ ਦੇ ਮਨ 'ਚ ਆਈ ਆ ਉਸ ਟਾਈਮ ਫਿਰ ਇਸ ਰਾਜੇ ਨੇ ਹੈ ਨਾ ਭਾਈ ਹਰਚੰਦ ਸਿੰਘ ਜਿਹੜੇ ਵਜ਼ੀਰ ਸੀ ਉਹਨਾਂ ਨੂੰ ਆਪਣੇ ਪਾਸ ਬੁਲਾਇਆ। ਬੁਲਾ ਕੇ ਬੇਨਤੀ ਕੀਤੀ ਵੀ ਬਾਬਾ ਨੰਦ ਸਿੰਘ ਹੁਣੀ ਅਤੇ ਸੰਤ ਈਸ਼ਰ ਸਿੰਘ ਹੁਣੀ ਜਿਹੜੇ ਹੋਣ ਉਹਨਾਂ ਦੇ ਗੱਦੀ ਦੇ ਉੱਤੇ ਸੇਵਾ ਨਿਭਾ ਰਿਹਾ ਆ, ਦੋਨਾਂ ਵਿੱਚ ਕੋਈ ਫਰਕ ਨਹੀਂ। ਅਤੇ ਤੁਸੀਂ ਹੈ ਨਾ ਬੇਨਤੀ ਕਰੋ ਬਾਬਾ ਈਸ਼ਰ ਸਿੰਘ ਜੀ ਦੇ ਚਰਨਾਂ 'ਚ। ਅਗਰ ਬਾਬਾ ਈਸ਼ਰ ਸਿੰਘ ਜੀ ਸਾਡੀ ਬੇਨਤੀ ਪ੍ਰਵਾਨ ਕਰ ਲੈਣਗੇ ਅਤੇ ਫਿਰ ਸਾਡੀ ਇਸ ਕਾਨਫਰੰਸ ਦੀ ਲਾਜਪਤ ਰਹਿ ਸਕਦੀ ਆ। ਫਿਰ ਕਹਿਰਿਆਂ ਨੂੰ ਵੀ ਪਤਾ ਲੱਗ ਜਾਊਗਾ ਵੀ ਹਾਂ ਜਿਹੜੇ ਪੰਜਾਬ ਦੇ ਸਿੱਖ ਉਹ ਸਾਡੇ ਨਾਲ ਵੀ ਖੜ੍ਹੇ ਆ। ਜਦ ਇਹ ਗੱਲਬਾਤ ਰਾਜੇ ਨੇ ਹਰਚੰਦ ਸਿੰਘ ਵਜ਼ੀਰ ਨਾਲ ਕੀਤੀ ਸੀ ਫਿਰ ਹਰਚੰਦ ਸਿੰਘ ਵਜ਼ੀਰ ਅਤੇ ਕੁਛ ਐਲਕਾਰ ਬਾਬਾ ਈਸ਼ਰ ਸਿੰਘ ਦੇ ਪਾਸ ਇੱਥੇ ਨਾਨਕਸਰ ਕਲੇਰੀ ਪਹੁੰਚੇ। ਜਦ ਪਹੁੰਚੇ ਇਹਨਾਂ ਨੇ ਆ ਕੇ ਕੁਛ ਫਰੂਟ ਲੈ ਕੇ ਹੈ ਨਾ ਮਹਾਂਪੁਰਖਾਂ ਦੇ ਚਰਨਾਂ 'ਚ ਮੱਥਾ ਟੇਕਿਆ। ਜਦ ਮੱਥਾ ਟੇਕਿਆ ਉਸ ਤੋਂ ਬਾਅਦ ਫਿਰ ਹਰਚੰਦ ਸਿੰਘ ਨੇ ਬਾਬਾ ਈਸ਼ਰ ਸਿੰਘ ਜੀ ਦੇ ਚਰਨਾਂ ਦੇ ਅੱਗੇ ਬੇਨਤੀ ਕੀਤੀ ਕਿ ਮਹਾਂਪੁਰਖੋ ਪਟਿਆਲੇ ਵਾਲੇ ਰਾਜੇ ਨੇ ਹੈ ਨਾ ਬਠਿੰਡੇ ਇੱਕ ਸਿੱਖ ਕਾਨਫਰੰਸ ਰੱਖੀ ਆ, ਅਸੀਂ ਆਪ ਜੀ ਨੂੰ ਇਹ ਬੇਨਤੀ ਕਰਨ ਆਏ ਹਾਂ, ਇਹ ਨਿਵੇਦਨ ਕਰਨੇ ਕਿ ਤੁਸੀਂ ਉਸ ਕਾਨਫਰੰਸ ਦੇ ਵਿੱਚ ਜਾ ਕੇ ਜ਼ਰੂਰ ਦਰਸ਼ਨ ਦਿਓ। ਜਦ ਇਹ ਗੱਲ ਹਰਚੰਦ ਸਿੰਘ ਵਜ਼ੀਰ ਨੇ ਕਹੀ ਅਤੇ ਫਿਰ ਮਹਾਂਪੁਰਖ ਜਿਹੜੀ ਸੀ ਉਹਦੀ ਇਹ ਬੇਨਤੀ ਸੁਣ ਕੇ ਮੁਸਕਰਾ ਕੇ ਕਹਿਣ ਲੱਗੇ ਕਿ ਹਰਚੰਦ ਸਿੰਘ ਵੈਸੇ ਤਾਂ ਕਹਿੰਦੇ ਵੀ ਸਾਦਾ ਸੰਤਾਂ ਨੂੰ ਕੋਈ ਬੁਲਾ ਕੇ ਰਾਜੀ ਨਹੀਂ, ਪਰ ਲੱਗਦਾ ਹੈਗਾ ਪਟਿਆਲੀਏ ਰਾਜੇ ਦੇ ਉੱਤੇ ਵੀ ਕੋਈ ਨਾ ਕੋਈ ਮੁਸੀਬਤ ਆਈ ਆ, ਤਦੇ ਉਹਨੇ ਸਾਨੂੰ ਯਾਦ ਕੀਤਾ ਹੈਗਾ। ਉਸ ਤੋਂ ਬਾਅਦ ਫਿਰ ਬਾਬਾ ਈਸ਼ਰ ਸਿੰਘ ਨੇ ਹਰਚੰਦ ਸਿੰਘ ਨੂੰ ਕਿਹਾ ਸੀਗਾ ਕਿ ਜਿੰਨੀ ਤੇਰੀ ਸੇਵਾ ਸ਼ਰਧਾ ਜਿਹੜੀ ਆ ਉਹ ਸਾਡੇ ਉੱਪਰ ਹੈਗੀ ਆ, ਉਨੀ ਸ਼ਰਧਾ ਉਹ ਰਾਜੇ ਦੀ ਸਾਡੇ ਉੱਤੇ ਨਹੀਂ ਆ। ਜਦ ਇਹ ਗੱਲ ਹੋਈ ਸੀ ਫਿਰ ਹਰਚੰਦ ਸਿੰਘ ਵਜ਼ੀਰ ਨੇ ਬਾਬਾ ਈਸ਼ਰ ਸਿੰਘ ਦੇ ਚਰਨ ਫੜ ਲਏ ਸੀ। ਫੜ ਕੇ ਫਿਰ ਸਾਰੀ ਬਿੱਥਿਆ ਜਿਹੜੀ ਸੀ ਖੋਲ੍ਹ ਕੇ ਸੁਣਾਈ ਸੀ ਅਤੇ ਮਹਾਂਪੁਰਖਾਂ ਨੇ ਕਿਹਾ ਸੀ ਹਰਚੰਦ ਸਿੰਘ ਤੂੰ ਵੀ ਬਾਬਾ ਨੰਦ ਸਿੰਘ ਦਾ ਪੁਰਾਣਾ ਸੇਵਕ ਹੈਗਾ ਅਤੇ ਤੇਰੀ ਤਾਂ ਭਾਈ ਜਿਹੜੀ ਲਾਜਪਤ ਸਾਨੂੰ ਰੱਖਣੀ ਪਊਗੀ। ਉਸ ਤੋਂ ਬਾਅਦ ਫਿਰ ਬਾਬਾ ਈਸ਼ਰ ਸਿੰਘ ਹੁਣਾਂ ਨੇ ਉਸ ਬਠਿੰਡੇ ਕਾਨਫਰੰਸ ਜਾਣ ਦੇ ਵਿੱਚ ਹਾਮੀ ਭਰ ਦਿੱਤੀ ਸੀ। ਜਦ ਹਾਮੀ ਭਰੀ ਫਿਰ ਹਰਚੰਦ ਸਿੰਘ ਜਿਹੜਾ ਸੀਗਾ ਵਜ਼ੀਰ ਬਹੁਤ ਖੁਸ਼ ਹੋਇਆ। ਇਹ ਫਿਰ ਪਟਿਆਲੇ ਪਹੁੰਚਿਆ ਸੀਗਾ। ਪਟਿਆਲੇ ਪਹੁੰਚ ਕੇ ਇਹਨੇ ਜਿਹੜੀ ਸਾਰੀ ਖਬਰ ਸੀ ਉਹ ਰਾਜੇ ਨੂੰ ਦੱਸੀ ਸੀ ਕਿ ਇਸ ਕਾਨਫਰੰਸ ਵਿੱਚ ਬਾਬਾ ਈਸ਼ਰ ਸਿੰਘ ਜੀ ਜਿਹੜੇ ਪਹੁੰਚ ਰਹੇ ਆ। ਅਤੇ ਜਦ ਇਹ ਖਬਰ ਰਾਜੇ ਨੇ ਸੁਣੀ ਸੀ ਫਿਰ ਰਾਜਾ ਬੜਾ ਖੁਸ਼ ਹੋਇਆ ਸੀ। ਪਰ ਉਸ ਤੋਂ ਬਾਅਦ ਜਦ ਇਹ ਕਾਨਫਰੰਸ ਦੀ ਤਿਆਰੀ ਰਾਜੇ ਨੇ ਜ਼ੋਰ ਸ਼ੋਰ ਨਾਲ ਸ਼ੁਰੂ ਕੀਤੀ ਅਤੇ ਉਸ ਤੋਂ ਬਾਅਦ ਫਿਰ ਕੈਰੋਂ ਨੂੰ ਇਸ ਗੱਲ ਦਾ ਪਤਾ ਲੱਗ ਗਿਆ ਕਿ ਇਸ ਕਾਨਫਰੰਸ ਨੂੰ ਰੋਕਣ ਵਾਸਤੇ ਮੈਂ ਜਿੰਨੀਆਂ ਵੀ ਜਿਹੜੀਆਂ ਉਹ ਰੁਕਾਵਟਾਂ ਖੜੀਆਂ ਕੀਤੀਆਂ ਅਤੇ ਅਗਰ ਸੰਤ ਈਸ਼ਰ ਸਿੰਘ ਨਾਨਕਸਰ ਵਾਲੇ ਇੱਥੇ ਪਹੁੰਚ ਗਏ ਅਤੇ ਇਹਨਾਂ ਦੇ ਨਾਲ ਫਿਰ ਲੱਖਾਂ ਸੰਗਤਾਂ ਦਾ ਇਕੱਠ ਹੋ ਜਾਊਗਾ। ਇਹ ਕਾਨਫਰੰਸ ਜਿਹੜੀ ਆ ਫਿਰ ਤਾਂ ਹਰੇਕ ਤਰੀਕੇ ਦੇ ਨਾਲ ਕਾਮਯਾਬ ਹੋ ਜਾਊਗੀ। ਇਸ ਕਰਕੇ ਕੈਰੋਂ ਨੇ ਵੀ ਆਪਣੇ ਜਿਹੜੇ ਬੰਦੇ ਸੀ ਬਾਬਾ ਈਸ਼ਰ ਸਿੰਘ ਦੇ ਚਰਨਾਂ 'ਚ ਭੇਜੇ ਵੀ ਤੁਸੀਂ ਮਹਾਂਪੁਰਖਾਂ ਦੇ ਅੱਗੇ ਵੀ ਜਾ ਕੇ ਬੇਨਤੀ ਕਰੋ ਕਿ ਤੁਸੀਂ ਇਸ ਕਾਨਫਰੰਸ ਦੇ ਵਿੱਚ ਨਾ ਆਇਓ, ਕਿਉਂਕਿ ਇਹ ਸਾਡਾ ਕਿ ਸਿਆਸੀ ਮਸਲਾ ਹੈਗਾ।
ਇਹ ਕਹਿ ਕੇ ਯਾਦ ਕੈਰੋਂ ਦੇ ਬੰਦੇ ਜਿਹੜੇ ਸੀ ਉਹ ਮਹਾਂਪੁਰਖ ਬਾਬਾ ਈਸ਼ਰ ਸਿੰਘ ਦੇ ਚਰਨਾਂ 'ਚ ਨਾਨਕਸਰ ਕਲੇਰੀ ਆਏ ਸੀ ਅਤੇ ਉਹਨਾਂ ਨੇ ਆ ਕੇ ਨਾ ਫਿਰ ਬਾਬਾ ਈਸ਼ਰ ਸਿੰਘ ਉਹਨਾਂ ਨੂੰ ਜਦ ਇਹ ਸਾਰੀ ਗੱਲਬਾਤ ਕੀਤੀ ਸੀ ਤਾਂ ਮਹਾਂਪੁਰਖਾਂ ਨੇ ਇੱਕ ਗੱਲ ਕਹਿ ਦਿੱਤੀ ਸੀ, ਕਹਿੰਦੇ ਦੇਖੋ ਭਾਈ ਸਾਡਾ ਕੋਈ ਧੜਾ ਨਹੀਂ ਆ, ਅਤੇ ਜਿਹਦਾ ਧੜਾ ਹੈਗਾ ਗੱਲ ਤਾਂ ਉਹਦੀ ਆ, ਅਸੀਂ ਤਾਂ ਸਿਰਫ ਧਰਮ ਦੀ ਗੱਲ ਕਰਨੀ ਆ, ਕਿਉਂ ਧਰਮ ਤੋਂ ਉੱਪਰ ਕੁਛ ਵੀ ਨਹੀਂ ਹੈ। ਅਤੇ ਜਿੱਥੇ ਧਰਮ ਆ, ਜਿੱਥੇ ਸੱਚ ਵਾ, ਉੱਥੇ ਜਿਹੜੀਆਂ ਵਜ਼ੀਰੀਆਂ ਅਤੇ ਅਮੀਰੀਆਂ ਹੈਗੀਆਂ ਸਾਰੀਆਂ ਉਹਨਾਂ ਦੇ ਪੈਰਾਂ ਦੇ ਵਿੱਚ ਝੁਕਦੀਆਂ ਹੈਗੀਆਂ। ਇਸ ਕਰਕੇ ਭਾਈ ਸਾਨੂੰ ਤਾਂ ਕਿਸੇ ਅਹੁਦੇ ਦੀ ਲੋੜ ਨਹੀਂ ਹੈ ਅਤੇ ਨਾ ਹੀ ਜਿਹੜਾ ਮਹਾਰਾਜਾ ਪਟਿਆਲਾ ਉਹਨੂੰ CM ਬਣਨ ਦਾ ਕੋਈ ਲਾਲਚ ਹੈਗਾ। ਇਸ ਕਰਕੇ ਭਾਈ ਅਸੀਂ ਤਾਂ ਉੱਥੇ ਸਿਰਫ ਧਰਮ ਦੀ ਗੱਲ ਕਰਨ ਵਾਸਤੇ ਉਹਨੂੰ ਹਾਮੀ ਭਰ ਦਿੱਤੀ ਆ, ਇਸ ਕਰਕੇ ਅਸੀਂ ਤਾਂ ਉਹਨੂੰ ਵਚਨ ਦਿੱਤਾ ਹੈਗਾ, ਇਸ ਕਰਕੇ ਅਸੀਂ ਜ਼ਰੂਰ ਜਾਵਾਂਗੇ। ਜਦੋਂ ਮਹਾਂਪੁਰਖਾਂ ਨੇ ਸਾਰੀ ਗੱਲਬਾਤ ਕੈਰੋਂ ਦੇ ਬੰਦਿਆਂ ਨੇ ਕੀਤੀ ਸੀ, ਉਹਦੇ ਬੰਦੇ ਤਾਂ ਜਿਹੜੀ ਸੀ ਗੱਲਬਾਤ ਸੁਣ ਕੇ ਵਾਪਸ ਕੈਰੋਂ ਦੇ ਪਾਸ ਪਹੁੰਚ ਗਏ। ਪਰ ਇੱਧਰੋਂ ਜਦ ਇਸ ਤਿਆਰੀ ਦਾ ਕਾਨਫਰੰਸ ਦਾ ਪੂਰੇ ਪੰਜਾਬ ਦੇ ਵਿੱਚ ਪਤਾ ਲੱਗਾ ਸੀਗਾ ਅਤੇ ਇਹ ਪਤਾ ਲੱਗਾ ਕਿ ਬਾਬਾ ਈਸ਼ਰ ਸਿੰਘ ਇਸ ਕਾਨਫਰੰਸ ਵਿੱਚ ਪਹੁੰਚ ਰਹੇ ਆ, ਫਿਰ ਸੰਗਤਾਂ ਦੇ ਵਿੱਚ ਬੜਾ ਜੋਸ਼ ਹੋਇਆ। ਉਹਨਾਂ ਟਾਈਮਾਂ ਦੇ ਵਿੱਚ ਫਿਰ ਬਹੁਤ ਸਾਰੀਆਂ ਸੰਗਤਾਂ ਤਿਆਰ ਹੋਈਆਂ, ਜਿਹਦੇ ਵਿੱਚ ਬਹੁਤ ਸਾਰੇ ਟਰੱਕ, ਟਰਾਲੀਆਂ ਅਤੇ ਕਾਰਾਂ ਦੇ ਕਾਫਲੇ ਜਾਣ ਵਾਸਤੇ ਤਿਆਰ ਹੋ ਗਏ ਸੀ ਅਤੇ ਜਿਹੜੀਆਂ ਸੀ ਉਹ ਲੱਖਾਂ ਸੰਗਤ ਨਾਲ ਪੈਦਲ ਜਾਣ ਵਾਸਤੇ ਤਿਆਰ ਹੋਈ। ਜਦ ਇਹ ਬਠਿੰਡੇ ਕਾਨਫਰੰਸ ਹੋਈ ਸੀ, ਦੱਸਦੇ ਆ ਕਿ ਉਹਨਾਂ ਟਾਈਮਾਂ ਦੇ ਵਿੱਚ ਸਭ ਤੋਂ ਬਹੁਤ ਵੱਡਾ ਇਕੱਠ ਹੋਇਆ ਸੀਗਾ ਅਤੇ ਇੱਕ ਬਹੁਤ ਵੱਡੀ ਜਿਹੜੀ ਸਟੇਜ ਸੀਗੀ ਉਹਨਾਂ ਟਾਈਮਾਂ 'ਚ ਲਾਈ ਗਈ ਸੀ ਅਤੇ ਸਟੇਜ ਦੇ ਉੱਤੇ ਪੰਜਾਬ ਦੇ ਜਿੰਨੇ ਵੀ ਜਿਹੜੇ ਸਾਧੂ ਸੰਤ ਸੀ ਉਹਨਾਂ ਨੂੰ ਸੱਦੇ ਦਿੱਤੇ ਗਏ ਸੀ। ਇਸ ਕਰਕੇ ਬਾਬਾ ਈਸ਼ਰ ਸਿੰਘ ਆਉਣ ਦੀ ਖਬਰ ਸੁਣ ਕੇ ਬਹੁਤ ਸਾਰੇ ਜਿਹੜੇ ਮਹਾਤਮਾ ਸੀਗੇ ਇਸ ਕਾਨਫਰੰਸ ਦੇ ਵਿੱਚ ਸ਼ਿਰਕਤ ਕਰਨ ਵਾਸਤੇ ਪਹੁੰਚ ਗਏ ਸੀਗੇ ਜਾਂ ਸ਼ਮੂਲੀਅਤ ਕਰਨ ਵਾਸਤੇ ਪਹੁੰਚੇ ਸੀਗੇ ਅਤੇ ਫਿਰ ਇਹ ਕਾਨਫਰੰਸ ਦਾ ਇਕੱਠ ਵੀ ਦੇਖਣਯੋਗ ਹੋਇਆ ਸੀਗਾ। ਉਸ ਟਾਈਮ ਜਦੋਂ ਬਾਬਾ ਈਸ਼ਰ ਸਿੰਘ ਜੀ ਇਸ ਕਾਨਫਰੰਸ 'ਚ ਆਏ ਸੀਗੇ ਤਾਂ ਫਿਰ ਪੰਡਾਲ ਦੇ ਵਿੱਚ 5 ਜੈਕਾਰੇ ਬੜੇ ਉੱਚੀ ਉੱਚੀ ਗਜਾਏ ਗਏ ਸੀ। ਉਸ ਤੋਂ ਬਾਅਦ ਬਾਬਾ ਈਸ਼ਰ ਸਿੰਘ ਜੀ ਇਸ ਪੰਡਾਲ ਦੇ ਵਿੱਚ ਪਹੁੰਚੇ ਆ। ਜਦ ਇੱਥੇ ਪਹੁੰਚੇ ਆ ਤਾਂ ਇਹਨਾਂ ਨੂੰ ਸਿੱਧੇ ਜਿਹੜੇ ਸੀਗੇ ਉਹ ਉਸ ਸਟੇਜ ਦੇ ਉੱਤੇ ਬਿਠਾ ਦਿੱਤਾ ਗਿਆ ਸੀਗਾ। ਜਦ ਬਾਬਾ ਜੀ ਜਿਹੜੇ ਸੀ ਉਹ ਸਟੇਜ ਦੇ ਵਿੱਚ ਪਹੁੰਚੇ ਆ, ਉਸ ਟਾਈਮ ਜਿਹੜਾ ਰਾਜਾ ਸੀਗਾ ਪਟਿਆਲੀਆ, ਉਹਨੇ ਉਤਰ ਕੇ ਪਹਿਲਾਂ ਸੰਤ ਮਹਾਂਪੁਰਖ ਬਾਬਾ ਈਸ਼ਰ ਸਿੰਘ ਜੀ ਦੇ ਚਰਨਾਂ 'ਚ ਮੱਥਾ ਟੇਕ ਕੇ ਬੜੇ ਅਦਬ ਅਤੇ ਸਤਿਕਾਰ ਦੇ ਨਾਲ ਮਹਾਂਪੁਰਖਾਂ ਨੂੰ ਉਸ ਕਾਨਫਰੰਸ ਦੀ ਸਟੇਜ ਦੇ ਉੱਤੇ ਜਾ ਕੇ ਇੱਕ ਬੜੇ ਸੁੰਦਰ ਅਸਥਾਨ ਦੇ ਉੱਤੇ ਬਿਠਾ ਦਿੱਤਾ ਸੀਗਾ। ਜਦ ਉੱਥੇ ਬਿਠਾਇਆ ਸੀਗਾ ਅਤੇ ਉਹਨਾਂ ਟਾਈਮਾਂ ਦੇ ਵਿੱਚ ਸੰਤ ਬਾਬਾ ਈਸ਼ਰ ਸਿੰਘ ਹੁਣਾਂ ਦੇ ਨਾਲ ਪ੍ਰੀਤਮ ਸਿੰਘ ਮਸਤਾਨਾ ਇਹ ਵੀ ਗਏ ਸੀ। ਫਿਰ ਰਾਜੇ ਨੇ ਪ੍ਰੀਤਮ ਸਿੰਘ ਮਸਤਾਨਾ ਨੂੰ ਸਟੇਟ ਸੈਕਟਰੀ ਬਣਨ ਦੀ ਜਿਹੜੀ ਸੀ ਉਹ ਜ਼ਿੰਮੇਵਾਰੀ ਦੇਣ ਦੀ ਗੱਲ ਕੀਤੀ, ਪਰ ਪ੍ਰੀਤਮ ਸਿੰਘ ਮਸਤਾਨਾ ਨੇ ਉਹਨਾਂ ਟਾਈਮਾਂ 'ਚ ਨਾ ਕਰ ਦਿੱਤੀ ਕਿ ਮੈਂ ਸੇਵਾ ਨਹੀਂ ਨਿਭਾਉਣੀ। ਪਰ ਫਿਰ ਬਾਬਾ ਈਸ਼ਰ ਸਿੰਘ ਹੁਣਾਂ ਦੇ ਕਹੇ 'ਤੇ ਇਹ ਜਿਹੜੀ ਸੇਵਾ ਸੰਭਾਲ ਸੀ ਇਹ ਪ੍ਰੀਤਮ ਸਿੰਘ ਮਸਤਾਨਾ ਨੇ ਫਿਰ ਸਟੇਜ ਦੀ ਸੈਕਟਰੀ ਦੀ ਸੇਵਾ ਵਜੋਂ ਨਿਭਾਈ ਸੀਗੀ। ਫਿਰ ਉਸ ਤੋਂ ਬਾਅਦ ਫਿਰ ਪਟਿਆਲੇ ਦਾ ਰਾਜਾ ਉੱਠਿਆ ਸੀਗਾ। ਉੱਠ ਕੇ ਪਹਿਲਾਂ ਉਹਨੇ ਮਹਾਂਪੁਰਖਾਂ ਦੇ ਚਰਨਾਂ 'ਚ ਫਿਰ ਇੱਕ ਵਾਰ ਜਿਹੜੀ ਸੀ ਚਰਨਾਂ 'ਚ ਹੱਥ ਲਾਇਆ ਸੀਗਾ। ਫਿਰ ਉਹਨੇ ਆਪਣੀ ਜਿਹੜੀ ਸੀਗੀ ਇਹ ਸਪੀਚ ਉਹ ਸਟੇਜ ਦੇ ਉੱਤੇ ਸਿੱਖ ਕਾਨਫਰੰਸ ਦੇ ਵਿੱਚ ਦਿੱਤੀ ਸੀ। ਉਸ ਤੋਂ ਬਾਅਦ ਫਿਰ ਸੰਤ ਮਹਾਂਪੁਰਖ ਬਾਬਾ ਈਸ਼ਰ ਸਿੰਘ ਜੀ ਉੱਠੇ ਸੀਗੇ। ਜਦ ਉੱਠੇ ਸੀਗੇ ਸਾਰਾ ਜਿਹੜਾ ਪੰਡਾਲ ਸੀ ਉਹ ਜਕਾਰਿਆਂ ਨਾਲ ਗੂੰਜ ਉੱਠਿਆ। ਜਦ ਪੰਡਾਲ ਜਕਾਰਿਆਂ ਨਾਲ ਗੂੰਜ ਉੱਠਿਆ ਅਤੇ ਫਿਰ ਮਹਾਂਪੁਰਖਾਂ ਨੇ ਜਿਹੜਾ ਸੀਗਾ ਉੱਥੇ ਇੱਕ ਬਹੁਤ ਹੀ ਸੁੰਦਰ ਉਪਦੇਸ਼ ਜੋ ਭਰੇ ਪੰਡਾਲ ਦੇ ਵਿੱਚ ਦਿੱਤਾ ਸੀ। ਉਹਨਾਂ ਵਿੱਚ ਬਾਬਾ ਈਸ਼ਰ ਸਿੰਘ ਹੁਣਾਂ ਨੇ ਇਹ ਦੱਸਿਆ ਸੀਗਾ, ਕਹਿੰਦੇ ਦੇਖੋ ਭਾਈ ਵੀ ਸਾਡਾ ਜਿਹੜਾ ਗੁਰੂ ਵੀ ਇੱਕ ਆ, ਸਾਡਾ ਮੰਤਰ ਵੀ ਇੱਕ ਆ, ਸਾਡਾ ਧਰਮ ਵੀ ਇੱਕ ਆ। ਇਸ ਕਰਕੇ ਸਾਡਾ ਕੋਈ ਧੜਾ ਨਹੀਂ ਆ। ਕਿਉਂਕਿ ਧਰਮ ਸਭ ਤੋਂ ਉੱਪਰ ਵਾ ਅਤੇ ਜਿਸ ਦੇ ਅੰਦਰ ਕਹਿੰਦੇ ਧਰਮ ਸਭ ਤੋਂ ਉੱਪਰ ਵਾ ਤਾਂ ਉਹਦੇ ਵਿੱਚ ਰਾਜ ਭਾਗ ਵਾਲੇ ਜਿੰਨੇ ਵੀ ਜਿਹੜੇ ਆ ਉਹ ਕਰਮਚਾਰੀ ਆ ਉਹ ਉਹਦੇ ਪੈਰ ਚੁੰਮਣਗੇ। ਉਸ ਤੋਂ ਬਾਅਦ ਫਿਰ ਮਹਾਂਪੁਰਖਾਂ ਨੇ ਆਖਿਆ ਸੀਗਾ ਇਸੇ ਹੀ ਉਪਦੇਸ਼ ਦੇ ਅੰਦਰ ਬਾਬਾ ਜੀ ਕਹਿਣ ਲੱਗੇ ਸੀਗੇ ਕਿ ਧਰਮ ਦੇ ਅਧੀਨ ਰਾਜ ਭਾਗ ਹੈਗਾ, ਨਾ ਕਿ ਰਾਜ ਭਾਗ ਦੇ ਅਧੀਨ ਕਦੀ ਧਰਮ ਚੱਲਦਾ ਹੈਗਾ। ਇਸ ਕਰਕੇ ਧਰਮ ਦੇ ਅਨੁਸਾਰ ਜਿਹੜਾ ਰਾਜ ਚਲਾਉਣਾ ਉਹ ਅਸਲ ਦੇ ਵਿੱਚ ਗੁਰਮਤ ਹੈਗੀ ਆ। ਸੋ ਮਹਾਂਪੁਰਖਾਂ ਨੇ ਇਹਦੇ ਵਿੱਚ ਜਿਹੜੇ ਉਹਨਾਂ ਟਾਈਮਾਂ ਵਿੱਚ ਕਈ ਪ੍ਰਮਾਣ ਦਿੱਤੇ ਸੀ। ਅਤੇ ਮਹਾਂਪੁਰਖਾਂ ਨੇ ਆਖਿਆ ਸੀਗਾ ਦੇਖੋ ਇੱਕ ਦਰਿਆ ਦੀ ਮੰਜ਼ਿਲ ਉਸ ਸਮੁੰਦਰ ਵਿੱਚ ਮਿਲਣ ਦੀ ਹੁੰਦੀ ਆ। ਅਗਰ ਉਹ ਦਰਿਆ ਜਿਹੜਾ ਚੱਲਦਾ ਰਾਹ ਦੇ ਵਿੱਚ ਨਦੀ ਨਾਲਿਆਂ ਦੇ ਵਿੱਚ ਤਬਦੀਲ ਹੋ ਜਾਵੇ ਅਤੇ ਜਦੋਂ ਉਹ ਨਾਲਿਆਂ ਦੇ ਵਿੱਚ ਚਲਿਆ ਜਾਂਦਾ ਹੈਗਾ ਤਾਂ ਉਹਦਾ ਪਾਣੀ ਜਿਹੜਾ ਫਿਰ ਖੜ੍ਹ ਕੇ ਗੰਦਲਾ ਹੋ ਜਾਂਦਾ। ਪਰ ਉਹ ਪਾਣੀ ਜਿਹੜਾ ਨਦੀ ਨਾਲਿਆਂ 'ਚ ਤਬਦੀਲ ਨਹੀਂ ਹੁੰਦਾ ਹੈਗਾ, ਕੇਵਲ ਆਪਣੀ ਮੰਜ਼ਿਲ ਸਮੁੰਦਰ ਵੱਲ ਨੂੰ ਜਾਂਦਾ ਹੀ ਰਹਿੰਦਾ ਹੈ। ਤਾਂ ਫਿਰ ਇੱਕ ਦਿਨ ਆਉਂਦਾ ਜਦੋਂ ਉਹ ਸਮੁੰਦਰ ਦੇ ਵਿੱਚ ਜਾ ਕੇ ਸਮੁੰਦਰ ਦਾ ਰੂਪ ਹੋ ਜਾਂਦਾ। ਸੋ ਮਹਾਂਪੁਰਖਾਂ ਨੇ ਫਿਰ ਜਦ ਇਸ ਤਰ੍ਹਾਂ ਦੇ ਜਿਹੜੇ ਸੀਗੇ ਉਹ ਉਸ ਸਟੇਜ ਦੇ ਵਿੱਚ ਆਪਣੇ ਵਚਨ ਦੱਸੇ ਸੀਗੇ ਅਤੇ ਫਿਰ ਸੰਗਤਾਂ ਦੇ ਵਿੱਚ ਬੜਾ ਭਾਰੀ ਜੋਸ਼ ਅਤੇ ਬੜੇ ਜੈਕਾਰੇ ਗਜਾਏ ਗਏ ਸੀ। ਉਸ ਤੋਂ ਬਾਅਦ ਇਹ ਜਿਹੜੀ ਕਾਨਫਰੰਸ ਸੀਗੀ ਇਹ ਪੂਰੀ ਤਰ੍ਹਾਂ ਜਦ ਬਹੁਤ ਹੀ ਸੁਚੱਜੇ ਢੰਗ ਦੇ ਨਾਲ ਸਮਾਪਤ ਹੋਈ ਸੀ। ਉਸ ਤੋਂ ਬਾਅਦ ਫਿਰ ਸੰਤ ਮਹਾਂਪੁਰਖ ਬਾਬਾ ਈਸ਼ਰ ਸਿੰਘ ਜੀ ਨਾਨਕਸਰ ਕਲੇਰੀ ਪਹੁੰਚੇ ਸੀਗੇ।
ਜਦ ਬਾਬਾ ਜੀ ਨਾਨਕਸਰ ਕਲੇਰੀ ਪਹੁੰਚੇ ਉਸ ਤੋਂ ਬਾਅਦ ਫਿਰ ਝੋਰੜੀ ਦੀ ਸੰਗਤ ਮਹਾਂਪੁਰਖਾਂ ਨੂੰ ਫਿਰ ਇੱਥੇ ਝੋਰੜੀ ਲਾਈ। ਜਦ ਝੋਰੜੀ ਲੈ ਕੇ ਆਏ ਤੇ ਇੱਥੇ 1 ਮਹੀਨੇ 28 ਦਿਨ ਦੇ ਸੰਪਟ ਪਾਠ ਰੱਖੇ ਜਾਂਦੇ ਸੀਗੇ। ਫਿਰ ਸੰਗਤ ਨੇ ਸੰਪਟ ਪਾਠ ਸ਼ੁਰੂ ਕਰ ਦਿੱਤੇ ਤੇ ਮਹਾਂਪੁਰਖ ਫਿਰ ਇਹਨਾਂ ਸੰਪਟ ਪਾਠਾਂ ਦੀ ਸੇਵਾ ਦੇ ਵਿੱਚ ਜੁੜ ਗਏ ਸੀਗੇ। ਜਦ ਇੱਕ ਵਾਰੀ ਇਸ ਤਰ੍ਹਾਂ ਮਹਾਂਪੁਰਖ ਜਿਹੜੇ ਸੀ ਉਹ ਸੰਪਟ ਪਾਠਾਂ ਦੀ ਸੇਵਾ ਦੇ ਵਿੱਚ ਆਪਣੀ ਸੇਵਾ ਨਿਭਾ ਰਹੇ ਸੀ, ਉਹਨਾਂ ਟਾਈਮਾਂ ਦੇ ਵਿੱਚ ਇੱਕ ਭਾਈ ਨਾਨਕ ਸਿੰਘ ਸੀਗੇ। ਇਹ ਜਿਹੜੇ ਭਾਈ ਨਾਨਕ ਸਿੰਘ ਸੀਗੇ ਤੇ ਜਦੋਂ ਪਾਕਿਸਤਾਨ ਬਣਿਆ, ਪਾਕਿਸਤਾਨ ਤੋਂ ਬਾਅਦ ਇਹ ਰਵਾੜੀ ਇੱਕ ਮਸਜਿਦ ਆ, ਉਹਦੇ ਵਿੱਚ ਇਹਨਾਂ ਨੇ ਇੱਕ ਗੁਰਦੁਆਰਾ ਬਣਾ ਕੇ ਉਹਦੇ ਵਿੱਚ ਸਿੱਖ ਧਰਮ ਦਾ ਪ੍ਰਚਾਰ ਕਰਦੇ ਹੁੰਦੇ ਸੀਗੇ। ਸੋ ਇਹ ਜਿਹੜੇ ਨਾਨਕ ਸਿੰਘ ਸੀਗੇ ਇਹ ਕਿਸੇ ਸਮੇਂ ਬਾਬਾ ਨਾਨਕ ਸਿੰਘ ਹੁਣਾਂ ਦੀ ਵੀ ਇਹਨਾਂ ਨੇ ਕੁਛ ਟਾਈਮ ਸੇਵਾ ਕੀਤੀ ਆ। ਇੱਕ ਵਾਰ ਜਦ ਨਾਨਕ ਸਿੰਘ ਜਿਹੜੇ ਸੀਗੇ ਇਸ ਤਰ੍ਹਾਂ ਸੇਵਾ ਕਰਦੇ ਸੀ ਤੇ ਇਹਨਾਂ ਦੇ ਪਾਸ ਇੱਕ ਜੈ ਰਾਮਦਾਸ, ਇਹ ਜਿਹੜਾ ਸੇਵਕ ਸੀਗਾ ਬਾਬਾ ਨਾਨਕ ਸਿੰਘ ਹੁਣਾਂ ਦਾ, ਜਿਹਨੇ ਬਾਬਾ ਨਾਨਕ ਸਿੰਘ ਹੁਣਾਂ ਨੂੰ ਸੁਖਮਨੀ ਸਾਹਿਬ ਦਾ ਪਾਠ ਸਿੱਖਿਆ ਸੀਗਾ, ਇਹ ਫਿਰ ਜਿਹੜਾ ਸੀਗਾ ਇਹ ਨਾਨਕ ਸਿੰਘ ਦੇ ਪਾਸ ਆਇਆ ਸੀਗਾ। ਜਦ ਜੈ ਰਾਮਦਾਸ ਨਾਨਕ ਸਿੰਘ ਦੇ ਪਾਸ ਆਇਆ ਤੇ ਇਹਨੇ ਉੱਥੇ ਜਿਹੜੇ ਸੀ ਨਾਨਕ ਸਿੰਘ ਨੇ ਇਹ ਪੁੱਛਿਆ ਕਿ ਬਾਬਾ ਨਾਨਕ ਸਿੰਘ ਹੁਣਾਂ ਤੋਂ ਬਾਅਦ ਹੁਣ ਉਸ ਗੱਦੀ ਦੇ ਵਾਰਸ ਕੌਣ ਹੈ। ਤੇ ਫਿਰ ਨਾਨਕ ਸਿੰਘ ਨੇ ਆਖਿਆ ਸੀਗਾ ਕਿ ਅਸੀਂ ਬਾਬਾ ਈਸ਼ਰ ਸਿੰਘ ਹੁਣਾਂ ਦਾ ਨਾਂ ਸੁਣਦੇ ਆ ਕਿ ਇਸ ਟਾਈਮ ਉਹ ਸੇਵਾ ਸੰਭਾਲ ਕਰ ਰਹੇ ਆ। ਜਦ ਇਹ ਗੱਲ ਹੋਈ ਸੀ ਫਿਰ ਜੈ ਰਾਮਦਾਸ ਦੇ ਮਨ 'ਚ ਆਇਆ ਸੀਗਾ, ਕਹਿੰਦੇ ਵੀ ਤੁਸੀਂ ਸਾਨੂੰ ਵੀ ਉਹਨਾਂ ਦੇ ਦਰਸ਼ਨ ਕਰਾਓ। ਤੇ ਫਿਰ ਨਾਨਕ ਸਿੰਘ ਨੇ ਜਿਹੜੀ ਸੀ ਹਾਮੀ ਭਰ ਦਿੱਤੀ ਸੀ ਕਿ ਆਪਾਂ ਥੋੜ੍ਹੇ ਦਿਨਾਂ ਦੇ ਵਿੱਚ ਪ੍ਰੋਗਰਾਮ ਬਣਾ ਕੇ ਫਿਰ ਚੱਲਾਂਗੇ। ਜਦੋਂ ਇਹ ਥੋੜ੍ਹੇ ਦਿਨਾਂ ਦੇ ਵਿੱਚ ਪ੍ਰੋਗਰਾਮ ਬਣਾਇਆ ਸੀ ਫਿਰ ਉਸ ਟਾਈਮ ਨਾਨਕ ਸਿੰਘ ਨੇ ਇਹ ਜਿਹੜੀ ਰਵਾੜੀ ਮਸਜਿਦ ਦੇ ਵਿੱਚ ਗੁਰਦੁਆਰਾ ਸੀਗਾ ਇਹਦੀ ਸੇਵਾ ਇਹਦੇ ਇੱਕ ਸਾਥੀ ਸੀਗੇ ਉਸ ਨੂੰ ਜਿਹੜੇ ਸੀ ਉਹਦੇ ਹਵਾਲੇ ਕਰ ਦਿੱਤੀ ਸੀ। ਜਦੋਂ ਉਹਦੇ ਹਵਾਲੇ ਕੀਤੀ ਉਸ ਤੋਂ ਬਾਅਦ ਫਿਰ ਨਾਨਕ ਸਿੰਘ, ਜੈ ਰਾਮਦਾਸ ਸਿੰਘ ਤੇ ਇੱਕ ਇਹਨਾਂ ਦਾ ਹੋਰ ਸਾਥੀ ਜਿਹਦਾ ਨਾਂ ਹੰਸਰਾਜ ਸੀਗਾ ਉਹ ਵੀ ਚੱਲਣ ਵਾਸਤੇ ਤਿਆਰ ਹੋ ਗਏ। ਫਿਰ ਤਿੰਨੇ ਸੱਜਣ ਜਿਹੜੇ ਸੀਗੇ ਫਿਰ ਇਹ ਨਾਨਕਸਰ ਕਲੇਰੀ ਮਹਾਂਪੁਰਖਾਂ ਦੇ ਦਰਸ਼ਨ ਕਰਨ ਵਾਸਤੇ ਜਦ ਆਏ ਤੇ ਇਹਨਾਂ ਨੂੰ ਪਤਾ ਲੱਗਾ ਕਿ ਮਹਾਂਪੁਰਖ ਝੋਰੜੀ ਸਾਹਿਬ ਹੈਗੇ ਆ। ਇਹ ਸਿੱਧੇ ਫਿਰ ਝੋਰੜੀ ਚਲੇ ਗਏ ਸੀ। ਜਦ ਝੋਰੜੀ ਗਏ ਆ ਉੱਥੇ ਜਾ ਕੇ ਫਿਰ ਇਹਨਾਂ ਨੇ ਸਭ ਤੋਂ ਪਹਿਲਾਂ ਇਸ਼ਨਾਨ ਕੀਤਾ ਤੇ ਫਿਰ ਇਹ ਦੀਵਾਨ ਦੇ ਵਿੱਚ ਗਏ ਆ। ਜਦ ਦੀਵਾਨ ਦੇ ਵਿੱਚ ਪਹੁੰਚੇ ਆ ਤੇ ਫਿਰ ਉਸ ਟਾਈਮ ਬਾਬਾ ਈਸ਼ਰ ਸਿੰਘ ਜੀ ਇਹ ਧੰਨ ਗੁਰੂ ਗ੍ਰੰਥ ਸਾਹਿਬ ਦੇ ਉੱਤੇ ਚੌਰ ਸਾਹਿਬ ਦੀ ਸੇਵਾ ਕਰ ਰਹੇ ਸੀ। ਉਸ ਤੋਂ ਬਾਅਦ ਜਦ ਉੱਥੇ ਕੀਰਤਨ ਹੁੰਦਾ ਸੀ, ਕੀਰਤਨ ਦੀ ਸਮਾਪਤੀ ਤੋਂ ਬਾਅਦ ਜਿਹੜੇ ਮਹਾਂਪੁਰਖ ਸੀ ਉਹ ਬਾਗਾਂ ਵਿੱਚ ਆ ਗਏ। ਬਾਗਾਂ ਜਾ ਕੇ ਫਿਰ ਬਾਬਾ ਈਸ਼ਰ ਸਿੰਘ ਹੁਣਾਂ ਨੇ ਆਪਣਾ ਇੱਕ ਸੇਵਕ ਸੀਗਾ, ਉਹ ਸੇਵਕ ਨੂੰ ਜਿਹੜਾ ਸੀਗਾ ਉਹ ਭੇਜਿਆ ਤੇ ਭੇਜ ਕੇ ਉਹਨੂੰ ਇਹ ਸੁਨੇਹਾ ਦਿੱਤਾ ਵੀ ਇੱਦਾਂ ਕਰ, ਠਠਿਆਰੇ ਤੋਂ ਕੁਛ ਪ੍ਰੇਮੀ ਆਏ ਆ ਉਹਨਾਂ ਨੂੰ ਤੂੰ ਸਾਡੇ ਪਾਸ ਭੇਜ ਦੇ। ਉਸ ਤੋਂ ਬਾਅਦ ਫਿਰ ਉਹ ਸੇਵਕ ਜਿਹੜਾ ਸੀਗਾ ਨਾਨਕ ਸਿੰਘ ਨੂੰ ਆਖਿਆ ਕਿ ਤੁਹਾਨੂੰ ਮਹਾਂਪੁਰਖਾਂ ਨੇ ਯਾਦ ਕੀਤਾ। ਫਿਰ ਨਾਨਕ ਸਿੰਘ ਆਪਣੇ ਸਾਥੀਆਂ ਨੂੰ ਲੈ ਕੇ ਬਾਬਾ ਈਸ਼ਰ ਸਿੰਘ ਹੁਣਾਂ ਦੇ ਚਰਨਾਂ ਦੇ ਵਿੱਚ ਮੱਥਾ ਟੇਕ ਕੇ ਬੈਠ ਗਏ। ਜਦ ਬੈਠੇ ਆ ਤੇ ਬਾਬਾ ਜੀ ਨੇ ਫਿਰ ਨਾਨਕ ਸਿੰਘ ਨੂੰ ਪੁੱਛਿਆ ਸੀਗਾ ਵੀ ਆ ਜਿਹੜੇ ਤੇਰੇ ਨਾਲ 2 ਨਵੇਂ ਪ੍ਰੇਮੀ ਆਏ ਆ ਇਹਨਾਂ ਦਾ ਕੀ ਨਾਂ ਹੈ। ਤੇ ਫਿਰ ਨਾਨਕ ਸਿੰਘ ਨੇ ਦੱਸਿਆ ਸੀਗਾ ਵੀ ਆ ਜਿਹੜਾ ਮੇਰੇ ਨਾਲ ਦਾ ਹੈਗਾ ਇਹ ਜੈ ਰਾਮਦਾਸ ਸਿੰਘ ਵਾ ਤੇ ਇਹਦੇ ਪਿਤਾ ਦਾ ਨਾਮ ਭਗਵਾਨ ਦਾਸ ਵਾ ਤੇ ਦੂਜਾ ਜਿਹੜਾ ਹੰਸਰਾਜ ਇਹਦੇ ਪਿਤਾ ਦਾ ਨਾਂ ਜਿਹੜਾ ਹੈਗਾ ਉਹ ਚਰਨਦਾਸ ਵਾ। ਜਦ ਇਹ ਜਿਹੜੇ ਸੀ ਸਾਰਾ ਜੋ ਪਤਾ ਨਾਨਕ ਸਿੰਘ ਨੇ ਮਹਾਂਪੁਰਖਾਂ ਨੂੰ ਦੱਸਿਆ ਸੀ ਤੇ ਨਾਲੇ ਇਹ ਵੀ ਦੱਸਿਆ ਸੀਗਾ ਵੀ ਇਹ ਜਿਹੜੇ ਦੋਨੇ ਸੇਵਕ ਆ ਇਹ ਆਪ ਜੀ ਦੇ ਹੀ ਸਤਸੰਗੀ ਹੈਗੇ ਆ। ਸੋ ਜਦ ਇਹ ਜਿਹੜੇ ਬਚਨ ਵਿਚਾਰ ਜਿਹੜੇ ਸੀ ਕੀਤੇ ਸੀ ਤੇ ਫਿਰ ਮਹਾਂਪੁਰਖਾਂ ਨੇ ਇਹਨਾਂ ਨੂੰ ਜੈ ਰਾਮਦਾਸ ਨੂੰ ਤੇ ਹੰਸਰਾਜ ਨੂੰ ਪੁੱਛਿਆ ਸੀਗਾ ਤੁਸੀਂ ਇਹ ਦੱਸੋ ਵੀ ਤੁਹਾਡਾ ਨਿਤਨੇਮ ਕੀ ਹੈਗਾ। ਜਦ ਇੰਨੀ ਗੱਲ ਹੋਈ ਸੀ ਤੇ ਫਿਰ ਜੈ ਰਾਮਦਾਸ ਉਹਨਾਂ ਨੇ ਬੇਨਤੀ ਕੀਤੀ ਕਿ ਮਹਾਂਪੁਰਖੋ ਫਿਰ ਹਾਲ ਤਾਂ ਸਾਡਾ ਕੋਈ ਖਾਸ ਨੇਮ ਨਹੀਂ ਆ ਤੇ ਤੁਸੀਂ ਕਿਰਪਾ ਕਰੋ ਸਾਨੂੰ ਕੋਈ ਨੇਮ ਬਖਸ਼ ਦਿਓ। ਜਦ ਇਹ ਬੇਨਤੀ ਇਹਨੇ ਕੀਤੀ ਸੀ ਤੇ ਫਿਰ ਮਹਾਂਪੁਰਖ ਨੇ ਆਖਿਆ ਸੀਗਾ, ਕਹਿੰਦੇ ਵੀ ਭਾਈ ਤੁਸੀਂ ਇਸ ਤਰ੍ਹਾਂ ਕਰ ਲਓ, ਅੰਮ੍ਰਿਤ ਛਕ ਲਓ। ਜਦੋਂ ਤੁਸੀਂ ਅੰਮ੍ਰਿਤ ਛਕੋਗੇ 5 ਪਿਆਰੇ ਤੁਹਾਨੂੰ ਨੇਮ ਦੀ ਦਾਤ ਵੀ ਦੇ ਦੇਣਗੇ, ਜੋ ਨੇਮ ਦੇਣਗੇ ਉਹ 'ਤੇ ਤੁਸੀਂ ਤਕੜਾ ਹੋ ਕੇ ਪਹਿਰਾ ਦੇ ਦਿਓ। ਉਸ ਤੋਂ ਬਾਅਦ ਜਦ ਇਹ ਵਿਚਾਰ ਹੋਈ ਸੀ ਫਿਰ ਦੋਨਾਂ ਨੇ 7 ਬਚਨ ਕਿਹਾ। ਉਸ ਤੋਂ ਬਾਅਦ ਫਿਰ ਜਦੋਂ ਮਹਾਂਪੁਰਖਾਂ ਦੇ ਨਾਲ ਇਹਨਾਂ ਨੇ ਗੁਰਮਤ ਦੇ ਵਿਸ਼ੇ ਦੇ ਉੱਤੇ ਜਦ ਹੋਰ ਗੱਲ ਛੇੜੀ ਉਸ ਤੋਂ ਬਾਅਦ ਇਹਨੇ ਕੀ ਦੇਖਿਆ, ਜਿਹੜਾ ਜੈ ਰਾਮਦਾਸ ਸੀਗਾ ਅਤੇ ਹੰਸਰਾਜ ਸੀਗੇ ਦੋਨਾਂ ਦੇ ਸਰੀਰ ਕੰਬਣ ਲੱਗ ਪਏ। ਜਦੋਂ ਮਹਾਂਪੁਰਖਾਂ ਦੇ ਬਚਨ ਕਰਦਿਆਂ ਸਰੀਰ ਦੇ ਵਿੱਚ ਕੰਬਣੀ ਸ਼ੁਰੂ ਹੋ ਗਈ। ਇਹਨਾਂ ਨੇ ਬੜਾ ਆਪਣੇ ਆਪ 'ਤੇ ਕੰਟਰੋਲ ਕੀਤਾ ਵੀ ਕਿਸੇ ਤਰ੍ਹਾਂ ਕੰਬਣੀ ਬੰਦ ਹੋ ਜਾਵੇ, ਪਰ ਇਹਨਾਂ ਦੀ ਕੰਬਣੀ ਬੰਦ ਨਾ ਹੋਵੇ। ਜਿੱਦਾਂ ਬਾਬਾ ਈਸ਼ਰ ਸਿੰਘ ਜੀ ਇਹਨਾਂ ਨੇ ਬਚਨ ਕਹੀ ਜਾਣ ਇਹਨਾਂ ਦੀ ਕੰਬਣੀ ਵਧੀ ਜਾਵੇ। ਜਦ ਇਹ ਕੰਬਣੀ ਵਧੀ ਜਾਵੇ, ਕੰਬਣੀ ਇੰਨੀ ਵੱਧ ਗਈ ਕਿ ਇਹ ਜਿਹੜੇ ਸੀ ਉੱਥੇ ਬੈਠੇ ਹੈਰਾਨ ਹੋ ਗਏ, ਸਾਡੇ ਸਰੀਰਾਂ ਨੂੰ ਪਤਾ ਨਹੀਂ ਕੀ ਹੋਇਆ ਵੀ ਸਾਡੇ ਸਰੀਰ ਹੀ ਕੰਬੀ ਜਾਂਦੇ ਆ। ਜਦ ਇਹਨਾਂ ਦੇ ਸਰੀਰ ਦੇ ਨਾਲ ਇਹਨਾਂ ਲੱਤਾਂ ਬਾਹਾਂ ਵੀ ਕੰਬਣ ਲੱਗ ਪਈਆਂ। ਉਸ ਤੋਂ ਬਾਅਦ ਬਾਬਾ ਈਸ਼ਰ ਸਿੰਘ ਹੁਣਾਂ ਨੇ ਇਹਨਾਂ ਵੱਲ ਦੇਖ ਕੇ ਕਹਿਣ ਲੱਗੇ, ਭਾਈ ਤੁਸੀਂ ਇਸ ਤਰ੍ਹਾਂ ਕਰੋ ਵੀ ਹੁਣ ਦੋਨੇ ਜਾ ਕੇ ਉੱਥੋਂ ਤੁਸੀਂ ਪ੍ਰਸ਼ਾਦਾ ਛਕ ਲਓ। ਫਿਰ ਇਹ ਦੋਨੇ ਪ੍ਰੇਮੀ ਉੱਠੇ ਆ, ਇਹਨੇ ਜਾ ਕੇ ਲੰਗਰ ਹਾਲ ਦੇ ਵਿੱਚ ਪ੍ਰਸ਼ਾਦਾ ਪਾਣੀ ਛਕਿਆ। ਛਕ ਕੇ ਫਿਰ ਮਹਾਂਪੁਰਖਾਂ ਨੇ ਕਿਹਾ ਕਿ ਤੁਸੀਂ ਅੱਜ ਰਾਤ ਆਰਾਮ ਕਰੋ। ਉਸ ਤੋਂ ਬਾਅਦ ਇਹ ਜਦ ਰਾਤ ਆਰਾਮ ਕਰਨ ਲੱਗੇ ਆ ਅਤੇ ਇਹਨਾਂ ਦਾ ਸਰੀਰ ਜਿਹੜਾ ਸੀ ਕੰਮ ਦਾ ਹੌਲੀ ਹੌਲੀ ਘਟਿਆ ਹੈਗਾ। ਉਸ ਤੋਂ ਬਾਅਦ ਦੋਨੇ ਪ੍ਰੇਮੀ ਆਪਸ ਵਿੱਚ ਗੱਲਾਂ ਕਰਨ ਲੱਗ ਪਏ
ਵੀ ਜ਼ਿੰਦਗੀ ਦੇ ਵਿੱਚ ਇਹੋ ਜਿਹੀ ਕੰਬਣੀ ਜ਼ਿੰਦਗੀ 'ਚ ਕਦੀ ਛਿੜੀ ਨਹੀਂ। ਜਦੋਂ ਅਸੀਂ ਬਾਬਾ ਈਸ਼ਰ ਸਿੰਘ ਹੁਣਾਂ ਦੇ ਨੇ ਗੁਰਮਤਿ ਦੇ ਵਿਚਾਰ ਕੀਤੇ, ਸਾਡੇ ਸਰੀਰ ਦੇ ਆਪਣੇ ਆਪ ਕੰਬਣ ਲੱਗ ਪਏ, ਇੰਨੀ ਜ਼ੋਰ ਨਾਲ ਕੰਬੇ ਆ ਕਿ ਅਸੀਂ ਹੈਰਾਨ ਆ, ਇੰਨਾ ਕੰਟਰੋਲ ਕਰਨ ਦੇ ਉੱਤੇ ਵੀ ਇਹ ਕੰਬਣੀ ਸਾਡੀ ਬੰਦ ਨਹੀਂ ਹੋਈ। ਇਸ ਤਰ੍ਹਾਂ ਇਹ ਬਚਨ ਕਰਦੇ ਕਰਦੇ ਦੋਨੇ ਜਾਣੇ ਜਦ ਰਾਤ ਸੁੱਤਿਆ ਪਿਆ ਉਹਨੂੰ ਇੱਕ ਫਿਰ ਜਿਹੜੀ ਸੀ ਗੈਵੀ ਆਵਾਜ਼ ਆਈ। ਉਸ ਗੈਵੀ ਆਵਾਜ਼ ਵਿੱਚ ਇਹਨਾਂ ਨੇ ਇਹ ਸੁਣਿਆ ਹੈਗਾ ਵੀ ਇਹ ਜਿਹੜੀ ਕੰਬਣੀ ਹੈਗੀ ਆ ਇਹ ਤੁਹਾਡੇ ਪਾਪਾਂ ਕਰਕੇ ਹੈਗੀ ਆ, ਤੁਹਾਡੇ ਸਰੀਰ ਦੇ ਜਿਹੜੇ ਪਾਪ ਆ ਮਹਾਂਪੁਰਖਾਂ ਦੇ ਬਚਨ ਸੁਣ ਕੇ ਕੰਮ ਗਏ ਆ, ਜਿਸ ਕਰਕੇ ਤੁਹਾਡਾ ਸਰੀਰ ਜਿਹੜਾ ਉਹ ਕੰਬਣ ਲੱਗ ਪਿਆ ਹੈਗਾ। ਜਦ ਇਹਨਾਂ ਨੇ ਇਹ ਗੈਵੀ ਆਵਾਜ਼ ਸੁਣੀ ਸੀ ਤਾਂ ਇਹ ਦੋਨੇ ਘਬਰਾ ਗਏ ਨੇ। ਯਕਦਮ ਜਿਹੜੀ ਅੱਖਾਂ ਖੋਲ੍ਹ ਕੇ ਦੇਖਿਆ ਆਲੇ ਦੁਆਲੇ ਕੁਛ ਵੀ ਨਹੀਂ ਸੀ, ਕਮਰੇ ਦੇ ਵਿੱਚ ਪੂਰੀ ਤਰ੍ਹਾਂ ਸਨਾਟਾ ਸੀਗਾ। 5 ਦਿਨ ਚੜ੍ਹਿਆ, ਇਹ ਫਿਰ ਬਾਬਾ ਈਸ਼ਰ ਸਿੰਘ ਹੁਣਾਂ ਦੇ ਚਰਨਾਂ 'ਚ ਆਏ। ਫਿਰ ਇਹਨਾਂ ਨੇ ਜਿਹੜੀ ਆ ਕੇ ਬੇਨਤੀ ਕੀਤੀ ਕਿ ਤੁਸੀਂ ਸਾਨੂੰ ਅੱਜ ਹੀ ਅੰਮ੍ਰਿਤ ਛਕਾ ਦਿਓ। ਦੇਖੋ ਉਸ ਤੋਂ ਬਾਅਦ ਫਿਰ ਜਿਹੜਾ ਖੰਡੇ ਬੱਟੇ ਦਾ ਅੰਮ੍ਰਿਤ ਤਿਆਰ ਕੀਤਾ ਗਿਆ। ਉਸ ਤੋਂ ਬਾਅਦ ਫਿਰ ਜੈ ਰਾਮਦਾਸ ਅਤੇ ਹੰਸਰਾਜ ਇਹਨਾਂ ਦੋਨਾਂ ਨੇ ਅੰਮ੍ਰਿਤ ਛਕਿਆ। ਅੰਮ੍ਰਿਤ ਛਕ ਕੇ ਫਿਰ ਦੋਨੇ ਜਿਹੜੇ ਸੀ ਸਿੰਘ ਬਣ ਗਏ। ਜਦ ਤਿਆਰ ਬਾ ਤਿਆਰ ਸਿੰਘ ਹੋਇਆ, ਉਸ ਤੋਂ ਬਾਅਦ ਫਿਰ ਮਹਾਂਪੁਰਖ ਦੀਆਂ ਖੁਸ਼ੀਆਂ ਲੈ ਕੇ ਇਹ ਆਪੋ ਆਪਣੇ ਘਰਾਂ ਨੂੰ ਚਲੇ ਗਏ ਸੀਗੇ। ਇਸ ਤਰ੍ਹਾਂ ਇੱਕ ਵਾਰ ਹੈ ਨਾ ਮਹਾਂਪੁਰਖਾਂ ਨੇ ਇੱਕ ਵਾਰ ਸੰਗਤ ਦੇ ਵਿੱਚ ਬੜੀ ਸੁੰਦਰ ਸਾਖੀ ਸੁਣਾਈ। ਉਹਦੇ ਵਿੱਚ ਬਾਬਾ ਜੀ ਨੇ ਇਹ ਦੱਸਿਆ ਸੀਗਾ ਕਿ ਭਾਈ ਇੱਕ ਵਾਰ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਂਪੁਰਖ ਇੱਕ ਵਾਰ ਜੰਗਲ ਦੇ ਵਿੱਚ ਜਦ ਆਪਣੇ ਸਾਥੀਆਂ ਦੇ ਨਾਲ ਸ਼ਿਕਾਰ ਖੇਡਣ ਗਏ ਸੀ, ਅਤੇ ਜਿਸ ਜਗ੍ਹਾ ਦੇ ਉੱਤੇ ਬਾਬਾ ਜੀ ਜਾ ਕੇ ਬੈਠੇ ਸੀਗੇ ਉੱਥੇ ਬੜੀ ਦੁਰਗੰਧ ਆ ਰਹੀ ਸੀ। ਜਦ ਹਵਾ ਦੇ ਨਾਲ ਉੱਥੇ ਦੁਰਗੰਧ ਆ ਰਹੀ ਸੀ ਤਾਂ ਨਾਲ ਦੇ ਸਿੰਘਾਂ ਨੇ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੂੰ ਪੁੱਛਿਆ ਸੀਗਾ ਕਿ ਮਹਾਂਪੁਰਖੋ ਇਸ ਜੰਗਲ ਦੇ ਵਿੱਚ ਲੱਗਦਾ ਕੋਈ ਜਾਨਵਰ ਮਰਿਆ ਪਿਆ, ਇੱਥੋਂ ਦੁਰਗੰਧੀ ਬੜੀ ਆ ਰਹੀ ਆ। ਅਤੇ ਫਿਰ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਕਹਿਣ ਲੱਗੇ, ਕਹਿੰਦੇ ਮਰਿਆ ਨਹੀਂ ਪਿਆ, ਹਜੇ ਤਾਂ ਜਿੰਦਾ ਹੈਗਾ। ਜਦ ਇੰਨੀ ਗੱਲ ਹੋਈ ਤਾਂ ਸਿੰਘ ਕਹਿਣ ਲੱਗੇ ਜੀ ਉਹ ਕੌਣ ਹੈਗਾ? ਤਾਂ ਫਿਰ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਕਹਿਣ ਲੱਗੇ, ਕਹਿੰਦੇ ਭਾਈ ਉਹ ਊਠ ਹੈਗਾ ਜਿਹੜੇ ਆਪਣੇ ਕਰਮਾਂ ਦਾ ਫਲ ਭੋਗ ਰਿਹਾ ਹੈਗਾ। ਜਦ ਇੰਨੀ ਗੱਲ ਹੋਈ ਆ ਤਾਂ ਫਿਰ ਸਿੰਘ ਬੜੇ ਹੈਰਾਨ ਹੋਏ ਅਤੇ ਉਹਨਾਂ ਨੇ ਫਿਰ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੂੰ ਪੁੱਛਿਆ ਕਿ ਇਹ ਜਿਹੜਾ ਊਠ ਹੈਗਾ ਕਿੱਧਰ ਵਾ? ਅਤੇ ਮਹਾਂਪੁਰਖਾਂ ਨੇ ਦੱਸਿਆ ਕਿ ਇਸ ਪਾਸੇ ਆ। ਜਦ ਸਿੰਘ ਗਏ ਕਿ ਉਹਨੇ ਕੀ ਦੇਖਿਆ ਕਿ ਇੱਕ ਊਠ ਜਿਹੜੇ ਸਰੀਰ ਦੀ ਹਾਲਤ ਬੜੀ ਖਸਤਾ ਸੀਗੀ ਅਤੇ ਬਹੁਤ ਤਰ੍ਹਾਂ ਉਹਦੇ ਸਰੀਰ ਦੇ ਵਿੱਚੋਂ ਮਾਸ ਜਿਹੜਾ ਸੀਗਾ ਥੱਲੇ ਡਿੱਗਿਆ ਸੀਗਾ ਅਤੇ ਊਠ ਦਾ ਸਰੀਰ ਪੂਰੀ ਤਰ੍ਹਾਂ ਗਲਿਆ ਸੜਿਆ ਸੀਗਾ ਅਤੇ ਉਹ ਇੱਕ ਡਿੱਗਾ ਪਿਆ ਜਿਹੜਾ ਸੀਗਾ ਉਹਦਾ ਸਵਾਸ ਨਾ ਆ ਰਿਹਾ ਸੀ ਨਾ ਜਾ ਰਿਹਾ ਸੀ, ਜਿਵੇਂ ਕਹਿ ਲਓ ਕਿ ਨਾ ਉਹ ਜੀਂਦਿਆਂ 'ਚ ਸੀ ਨਾ ਮਰਿਆ 'ਚ ਸੀਗਾ। ਜਦ ਸਿੰਘਾਂ ਨੇ ਉਸ ਊਠ ਦੀ ਇਹ ਹਾਲਤ ਦੇਖੀ ਸੀ ਅਤੇ ਫਿਰ ਕਿ ਇੱਕ ਸਿੰਘ ਦੇ ਮਨ ਦੇ ਵਿੱਚ ਬੜਾ ਤਰਸ ਆਇਆ। ਉਹਨੇ ਆ ਕੇ ਫਿਰ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਚਰਨਾਂ 'ਚ ਬੇਨਤੀ ਕੀਤੀ ਕਿ ਮਹਾਂਪੁਰਖੋ ਇੱਕ ਊਠ ਜਿਹੜਾ ਮਰਿਆ ਪਿਆ ਹੈਗਾ ਅਤੇ ਬੜੀ ਦੁਰਗੰਧੀ ਆ ਰਹੀ, ਉਹਦੀ ਹਾਲਤ ਐਸੀ ਹੈ ਕਿ ਉਹਦੀ ਚਮੜੀ ਸਾਰੀ ਗੜੀ ਸੜੀ ਹੋਈ ਆ ਅਤੇ ਉਹਦੇ ਸਵਾਸ ਵੀ ਨਹੀਂ ਨਿਕਲ ਰਹੇ ਅਤੇ ਉਹ ਨਾ ਲੱਗਦਾ ਜੀਂਦਿਆਂ 'ਚ ਨਾ ਮਰਿਆਂ 'ਚ ਆ। ਜਦ ਇਹ ਗੱਲਬਾਤ ਉਹਨਾਂ ਨੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਸਾਂਝੀ ਕੀਤੀ ਸੀ ਅਤੇ ਗੁਰੂ ਸਾਹਿਬ ਜੀ ਜਿਹੜੇ ਸੀਗੇ ਉਹ ਕਹਿਣ ਲੱਗੇ, ਕਹਿੰਦੇ ਭਾਈ ਇਹ ਊਠ ਹੋਰ ਕੋਈ ਨਹੀਂ ਹੈ, ਇਹ ਚੰਦੂ ਪਾਪੀ ਆ। ਜਦ ਮਹਾਂਪੁਰਖਾਂ ਨੇ ਇਹ ਗੱਲ ਕਹੀ ਸੀ ਫਿਰ ਨਾਲ ਦੇ ਸਿੰਘ ਜਿਹੜੇ ਸੀ ਬੜੇ ਹੈਰਾਨ ਹੋਏ ਸੀ। ਉਹਨਾਂ ਨੇ ਫਿਰ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੂੰ ਕਿਹਾ ਸੀਗਾ ਕਿ ਅਗਰ ਇਹ ਜੇ ਚੰਦੂ ਪਾਪੀ ਆ, ਜਿਨ੍ਹਾਂ ਨੇ ਗੁਰੂ ਅਰਜਨ ਦੇਵ ਜੀ ਮਹਾਰਾਜ ਨੂੰ ਇੰਨੇ ਵੱਡੇ ਤਸੀਹੇ ਦਿੱਤੇ ਆ, ਅਤੇ ਫਿਰ ਭਾਈ ਆਪਾਂ ਇਹ ਜਗ੍ਹਾ ਛੱਡ ਕੇ ਚਲੇ ਜਾਂਦੇ, ਇਸ ਪਾਪੀ ਨੂੰ ਇਹ ਸਜ਼ਾਵਾਂ ਮਿਲਣੀਆਂ ਚਾਹੀਦੀਆਂ। ਪਰ ਗੁਰੂ ਹਰਗੋਬਿੰਦ ਸਾਹਿਬ ਕਹਿਣ ਲੱਗੇ ਕਿ ਆਪਾਂ ਹੁਣ ਇਸ ਜੰਗਲ 'ਚ ਆਏ ਹਾਂ, ਇਸ ਊਠ ਦੀ ਦੁਰਗੰਧੀ ਸਾਡੇ ਤੱਕ ਪਹੁੰਚ ਗਈ ਆ, ਫਿਰ ਸਾਡਾ ਕੰਮ ਜਿਹੜਾ ਉਹ ਇਹ ਆ ਕਿ ਇਹਦੇ ਉੱਤੇ ਸਾਨੂੰ ਪਰਉਪਕਾਰ ਕਰਨਾ ਚਾਹੀਦਾ ਹੈ, ਚਾਹੇ ਕੋਈ ਕਿੱਡਾ ਵੀ ਪਾਪੀ ਕਿਉਂ ਨਾ ਹੋਵੇ। ਜਦ ਫਿਰ ਇਹ ਬਚਨ ਜਿਹੜੇ ਸੀ ਉਹ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸਿੰਘਾਂ ਨੂੰ ਕਹੇ ਸੀ, ਫਿਰ ਸਿੰਘ ਸਾਰੇ ਜਿਹੜੇ ਸੀ ਇਹ ਬਚਨ ਸੁਣ ਕੇ ਚੁੱਪ ਕਰ ਗਏ। ਪਰ ਫਿਰ ਇੱਕ ਉਹ ਜਿਹੜਾ ਪ੍ਰੇਮੀ ਸੀ ਜਿਹਦੇ ਮਨ 'ਚ ਦਇਆ ਦਾ ਕਿਣਕਾ ਆਇਆ ਸੀ, ਮਹਾਂਪੁਰਖਾਂ ਨੂੰ ਕਹਿਣ ਲੱਗਾ ਕਿ ਤੁਸੀਂ ਦੱਸੋ ਇਸ ਦੀ ਇਸ ਜੂਨ ਤੋਂ ਕਿਵੇਂ ਖਲਾਸੀ ਹੋਵੇ। ਅਤੇ ਫਿਰ ਬਾਬਾ ਜੀ ਨੇ ਆਖਿਆ ਸੀਗਾ ਕਿ ਉਹ ਸਾਹਮਣੇ ਜਿਹੜਾ ਖੂਹ ਹੈਗਾ, ਇਸ ਖੂਹ ਦਾ ਜਲ ਲੈ ਕੇ ਇਸ ਊਠ ਦੇ ਉੱਤੇ ਛਿੜਕ ਦੇ ਅਤੇ ਇਹ ਸਰੀਰ ਦੇ ਵਿੱਚੋਂ ਇਸ ਦੀ ਫਿਰ ਬੰਦ ਖਲਾਸੀ ਹੋ ਜਾਊਗੀ। ਫਿਰ ਸਿੰਘ ਨੇ ਦੱਸਦੇ ਆ ਕਿ ਉਹ ਊਠ ਦੇ ਉੱਤੇ ਉਹ ਜਲ ਛਿੜਕਿਆ ਸੀਗਾ, ਜਿਸ ਕਰਕੇ ਉਹਦੀ ਜਿਹੜੀ ਸੀਗੀ ਇਸ ਜੋਨੀ ਤੋਂ ਮੁਕਤੀ ਹੋਈ ਸੀ। ਸੋ ਇਸ ਤਰ੍ਹਾਂ ਹੈ ਨਾ ਭਾਈ ਕੇਰ ਸਿੰਘ ਜਿਹੜੇ ਆ ਉਹ ਅਚਰਵਾਲ ਦੇ ਹੋਏ ਆ। ਇਹਨਾਂ ਦਾ ਸੁਭਾਅ ਵੀ ਜਿਹੜਾ ਸਗੋਂ ਇਸ ਤਰ੍ਹਾਂ ਦਾ ਸੀਗਾ, ਇਹਨਾਂ ਨੇ ਸਾਰੀ ਉਮਰ ਬਾਬਾ ਨੰਦ ਸਿੰਘ ਹੁਣਾਂ ਦੀ ਅਤੇ ਬਾਬਾ ਈਸ਼ਰ ਸਿੰਘ ਹੁਣਾਂ ਦੀ ਬੜੀ ਸੰਗਤ ਵਿੱਚ ਆਲੋਚਨਾ ਕੀਤੀ ਸੀ। ਜਦ ਆਲੋਚਨਾ ਕੀਤੀ ਆ ਤਾਂ ਆਲੋਚਨਾ ਦਾ ਫਲ ਇਹ ਹੋਇਆ ਕਿ ਇੱਕ ਵਾਰੀ ਤੇ ਗੋਲੀ ਵੱਜੀ, ਗੋਲੀ ਕਾਰਨ ਜਦ ਇਹ ਜ਼ਖਮੀ ਹਾਲਤ ਵਿੱਚ ਤੜਫ ਰਿਹਾ ਸੀਗਾ ਅਤੇ ਉਸ ਟਾਈਮ ਇਹਨੂੰ ਆਪਣੀਆਂ ਜਿਹੜੀਆਂ ਮਹਾਂਪੁਰਖਾਂ ਦੇ ਪ੍ਰਤੀ ਕੀਤੀਆਂ ਵਧੀਕੀਆਂ ਸਿੱਖੀਆਂ ਯਾਦ ਆਈਆਂ ਅਤੇ ਉਸ ਟਾਈਮ ਜਦ ਇਹਦੇ ਪ੍ਰਾਣ ਨਿਕਲ ਰਹੇ ਸੀ ਅਤੇ ਇਹ ਬਾਰ-ਬਾਰ ਬੇਨਤੀ ਬਾਬਾ ਨੰਦ ਸਿੰਘ ਹੁਣਾਂ ਦੇ ਚਰਨਾਂ ਦੇ ਵਿੱਚ ਇਹ ਕਰ ਰਿਹਾ ਸੀਗਾ ਕਿ ਮੈਨੂੰ ਬਖਸ਼ ਲਓ, ਮੈਂ ਆਪ ਜੀ ਦੇ ਪ੍ਰਤੀ ਬਹੁਤ ਸਾਰੀਆਂ ਜਿਹੜੀਆਂ ਵਧੀਕੀਆਂ ਕੀਤੀਆਂ, ਆਪ ਨੂੰ ਸਾਰੀ ਜ਼ਿੰਦਗੀ 'ਚ ਬੜਾ ਬੁਰਾ ਭਲਾ ਕਿਹਾ ਹੈ ਅਤੇ ਮੇਰੇ ਪ੍ਰਾਣ ਹੁਣ ਸਰੀਰ ਦੇ ਵਿੱਚੋਂ ਨਿਕਲ ਨਹੀਂ ਰਹੇ, ਕਿਰਪਾ ਕਰੋ ਕਿ ਤੁਸੀਂ ਮੈਨੂੰ ਬਖਸ਼ ਲਓ, ਬਖਸ਼ ਲਓ, ਬਖਸ਼ ਲਓ। ਜਦ ਕੇਰ ਸਿੰਘ ਅਚਰਵਾਲ ਨੇ ਜਿਹੜੀ ਸੀ ਬੇਨਤੀਆਂ ਮਨ ਸਮੇਂ ਕੀਤੀਆਂ ਸੀਗੀਆਂ, ਉਸ ਤੋਂ ਬਾਅਦ ਫਿਰ ਦੱਸਦੇ ਆ ਕਿ ਬਾਬਾ ਈਸ਼ਰ ਸਿੰਘ ਹੁਣ ਦਾ ਧਿਆਨ ਇਹਨਾਂ ਵੱਲ ਖਿੱਚਿਆ ਗਿਆ ਸੀਗਾ
ਤੇ ਇਹਨਾਂ ਨੇ ਫਿਰ ਇਸ ਨੂੰ ਜਿਹੜਾ ਸੀਗਾ ਬਖਸ਼ ਦਿੱਤਾ ਸੀਗਾ ਤੇ ਫਿਰ ਇਹਦੇ ਪ੍ਰਾਣ ਸਰੀਰ 'ਚੋਂ ਬਾਹਰ ਨਿਕਲੇ ਸੀਗੇ। ਸੋ ਇੱਕ ਵਾਰ ਦੱਸਦੇ ਆ ਕਿ ਇੱਕ ਪ੍ਰੇਮੀ ਜਿਹਦਾ ਨਾਂ ਕਰਤਾਰ ਸਿੰਘ ਸੀਗਾ, ਉਹ ਮਹਾਂਪੁਰਖਾਂ ਦੇ ਵਾਸਤੇ ਪ੍ਰਸ਼ਾਦ ਲੈ ਕੇ ਆਇਆ। ਜਦ ਬਾਬਾ ਜੀ ਦੇ ਵਾਸਤੇ ਪ੍ਰਸ਼ਾਦ ਲੈ ਕੇ, ਤਾਂ ਬਾਬਾ ਜੀ ਕਹਿਣ ਲੱਗੇ ਕਿ ਭਾਈ ਇਹ ਕੀ ਹੈ? ਤੇ ਉਹਨੇ ਬੜੀ ਖੁਸ਼ੀ ਦੇ ਵਿੱਚ ਮਹਾਂਪੁਰਖ ਨੂੰ ਦੱਸਿਆ, ਮਹਾਂਪੁਰਖੋ ਇਹ ਲੱਡੂਆਂ ਦਾ ਪ੍ਰਸ਼ਾਦ ਹੈਗਾ। ਜਦ ਇੰਨੀ ਗੱਲ ਹੋਈ ਤੇ ਫਿਰ ਬਾਬਾ ਈਸ਼ਰ ਸਿੰਘ ਹੋਣਾ ਨੇ ਭਾਈ ਕਰਤਾਰ ਸਿੰਘ ਨੂੰ ਕਿਹਾ ਵੀ ਇਹ ਜੋ ਲੱਡੂਆਂ ਦਾ ਪ੍ਰਸ਼ਾਦ ਹੈ ਇਹ ਕਿਸ ਪਥਰਾਏ ਹੈਗਾ? ਤੇ ਫਿਰ ਭਾਈ ਕਰਤਾਰ ਸਿੰਘ ਦੱਸਿਆ ਸੀ ਕਿ ਮਹਾਂਪੁਰਖੋ ਘਰ ਦੇ ਵਿੱਚ ਭੁਜੰਗੀ ਦੀ ਦਾਤ ਆਪਦੀ ਬਖਸ਼ਿਸ਼ ਨਾਲ ਪ੍ਰਾਪਤ ਹੋਈ ਆ, ਇਸੇ ਕਰਕੇ ਮੈਂ ਖੁਸ਼ੀ ਦੇ ਵਿੱਚ ਲੱਡੂ ਲੈ ਕੇ ਆਇਆ ਹਾਂ। ਜਦ ਇੰਨੀ ਗੱਲ ਹੋਈ ਤੇ ਫਿਰ ਬਾਬਾ ਈਸ਼ਰ ਸਿੰਘ ਹੋਣਾ ਦੇ ਰਸਨਾ 'ਚੋਂ ਸੁਭਾਵਿਕ ਨਿਕਲਿਆ ਕਹਿੰਦੇ ਭਾਈ ਇਹ ਤਾਂ ਤੇਰਾ ਗੁਆਂਢੀ ਕੇਰ ਸੋਂ ਹੀ ਲੱਗਦਾ ਹੈਗਾ। ਜਦ ਇੰਨੀ ਗੱਲ ਹੋਈ ਆ ਤੇ ਫਿਰ ਜਿਹੜਾ ਕਰਤਾਰ ਸਿੰਘ ਸੁਣ ਕੇ ਬੜਾ ਹੈਰਾਨ ਹੋ ਗਿਆ। ਜਦ ਹੈਰਾਨ ਹੋਇਆ ਤੇ ਬਾਬਾ ਜੀ ਨੂੰ ਕਹਿਣ ਲੱਗਾ ਕਿ ਮਹਾਂਪੁਰਖੋ ਉਹ ਤਾਂ ਆਪਦਾ ਬੜਾ ਨਿੰਦਕੀ ਸੀਗਾ, ਬੜਾ ਦੁਖੀ ਸੀਗਾ, ਉਹ ਸਾਰੀ ਉਮਰ ਝਗੜੇ ਕਰਦਾ ਰਿਹਾ ਹੈਗਾ ਤੇ ਇਹਨੇ ਸਾਡੇ ਘਰ ਜਨਮ ਲੈ ਲਿਆ ਹੈ, ਹੁਣ ਸਾਡੇ ਘਰ ਜਨਮ ਲੈ ਕੇ ਇਹ ਵੀ ਹੁਣ ਦੁਬਾਰਾ ਝਗੜੇ ਕਰੇਗਾ। ਜਦ ਇੰਨੀ ਗੱਲ ਹੋਈ ਤੇ ਬਾਬਾ ਜੀ ਕਹਿਣ ਲੱਗੇ, ਕਹਿੰਦੇ ਨਹੀਂ ਭਾਈ, ਉਹ ਜਿਹੜੇ ਝਗੜੇ ਕਰਨ ਵਾਲਾ ਸੁਭਾਅ ਸੀਗਾ ਉਹ ਇਹਨੇ ਪਿਛਲੇ ਜਨਮ ਦੇ ਵਿੱਚ ਤਿਆਗ ਦਿੱਤਾ ਸੀਗਾ। ਜਦੋਂ ਮਰਨ ਲੱਗਾ ਬਾਬਾ ਨੰਦ ਸਿੰਘ ਹੋਣਾ ਦੇ ਚਰਨਾਂ 'ਚ ਬੇਨਤੀਆਂ ਕਰਦਾ ਸੀਗਾ। ਇਸ ਕਰਕੇ ਮਹਾਂਪੁਰਖਾਂ ਨੇ ਇਸ ਨੂੰ ਫਿਰ ਦੁਬਾਰਾ ਜਿਹੜਾ ਹੈਗਾ ਉਹ ਮਨੁੱਖਾ ਜਨਮ ਦਿੱਤਾ ਹੈਗਾ ਤੇ ਹੁਣ ਇਹ ਚੰਗਾ ਗੁਰਸਿੱਖੀ ਨੇਮੀ ਬਣ ਕੇ ਉਹ ਸੰਗਤ ਦੀ ਸੇਵਾ ਕਰੇਗਾ। ਜਦੋਂ ਫਿਰ ਬਾਬਾ ਈਸ਼ਰ ਸਿੰਘ ਹੋਣਾ ਨੇ ਭਾਈ ਕਰਤਾਰ ਸਿੰਘ ਹੋਣਾ ਦੇ ਨਾਲ ਇਹ ਬਚਨ ਸਾਂਝੇ ਕੀਤੇ ਸੀ, ਫਿਰ ਕਰਤਾਰ ਸਿੰਘ ਜਿਹੜੇ ਸੀਗੇ ਉਹ ਮਹਾਂਪੁਰਖਾਂ ਦੇ ਚਰਨਾਂ 'ਚ ਮੱਥਾ ਟੇਕ ਕੇ ਖੁਸ਼ ਹੋ ਗਏ ਸੀਗੇ। ਉਸ ਤੋਂ ਬਾਅਦ ਦੱਸਦੇ ਆ ਕਿ ਇਹੋ ਜਿਹੜਾ ਬੱਚਾ ਹੈਗਾ ਹੁਣ ਖੇਤੀ ਕਰ ਰਿਹਾ ਹੈਗਾ, ਚੰਗਾ ਗੁਰਸਿੱਖ ਆ, ਚੰਗਾ ਨਿਤਨੇਮੀ ਆ ਤੇ ਇਹ ਇਸੇ ਤਰ੍ਹਾਂ ਗੁਰੂ ਘਰ ਦੀ ਸੇਵਾ ਕਰਦਾ ਹੈਗਾ। ਸੋ 10 ਮਹਾਂਪੁਰਖਾਂ ਦੇ ਇੰਨੇ ਹੀ ਬਚਨ ਸਾਂਝਾ ਕਰਦਾ ਹੋਇਆ ਖਿਮਾ ਦਾ ਜਾ ਚੁੱਕਾ ਜੀ। ਹੋਈਆਂ ਬੇਅੰਤ ਭੁੱਲਣ ਚੁੱਕਣ ਦੀ ਖਿਮਾ ਬਖਸ਼ਣੀ। ਸੋ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।